बड़े जुझारू बाजे बजे हैं जूझण वाले, रणसिंगे तुर्रियां वजियां हैं और नगारे वजे हैं। फौज दे विच मैदाने जंग विच सूरमे जंग च जुट गए हैं। घट घाट झटपट विकट जे, कहते जिहड़े बड़े विकट कठिन लड़ाई करने वाले सूरमे हैं वो कट कट के झटपट वैरियां नूं सुटदे हन। फटाफट फटाफट बड़ी तेजी नाल तेग चलदी है ते कोई रुकदा नहीं अटकदा नहीं, सारे अगे वधी जांदे हन। सावल छंद चले तीर गोरी मनो खेल होरी, कहते तीर ते गोली इउं चल रहे ने मानो खून दी होली खेड रहे होण। मैदाने जंग दा जिहड़ा सीन है वो इस तरह लगदा जिवें लहू दी होली खेडी जा रही है। सटा सट सेले मनो मूठ मेले, कहते हत्थ विच सेगले सांगां लैके ਉਹ मारदे ने जिवें मानो गुलाल दी मुठ भर के इस तरह रंग सुटदे होण। समूह है तो फंगा करे काओ अंगा, सामने गोली चलदी है ते शरीर नूं चीर चीर सुटदी है, पाड़ पाड़ सुटदी है। लगे पीचकारी खियो रंग भारी, कहते गोली लजा के जदों शरीर 'च वजदी है खून दा पक करके खून दा फुहारा फुटदा है, इंज लगदा जिवें पिचकारी दे नाल रंग पाया होवे किसी दे उत्ते। पतंगी सो रंगा चलियो श्रोण अंगा, पतंगी एक लकड़ी है साध संगत जी जिहदे विचों लाल रंग दा रंग निकलदा है, लाल रंग निकलदा है। वो मानो ਜਿਹੜਾ खून है वो कपड़िਆਂ ਤੇ ਇਉਂ लगदा जिवें पतंगी ਦਾ रंग लगा होवे। सो ढाले उछाले डफै ज्यों बिसाले, और ढाला इउं उछालदे ने सूरमे, इंज लगदा जिवें होली खेडण वाले डफ वजा रहे होण। एक इदां गोल जिहा बाजा हुंदा ਉਹਨੂੰ डफली भी ਕਹਿੰਦੇ ਆ ਤੇ ਉਹ डफली हੱਥ ਨਾਲ ਵਜਾਉਂਦੇ ਜਿਵੇਂ ਡਫਲੀਆਂ ਹੁੰਦੀਆਂ ਨੇ ਇਉਂ ਢਾਲਾਂ ਮਾਨੋ ਜੰਗ ਦੇ ਮੈਦਾਨ ਵਿੱਚ ਹਨ। ਸੋ ਮਾਰੰਗ ਅਲਾਵੇ ਮਨੋ ਗੀਤ ਗਾਵੇ, ਜਿਹੜਾ ਕਹਿੰਦੇ ਨੇ ਮਾਰ ਲਓ ਮਾਰ ਲਓ ਮਾਰ ਲਓ, ਇਹ ਸਮਝੋ ਵੀ ਗੀਤ ਗਾਉਂਦੇ ਨੇ। ਹੋਲੀ ਆਪਣੇ ਪੰਜਾਬ ਵਿੱਚ ਤਾਂ ਕਿਤੇ ਕਿਤੇ ਖੇਡਦੇ ਆ, ਜਿਹੜੇ ਯੂਪੀ ਬਿਹਾਰ ਵੱਲ ਹੋਲੀ ਖੇਡਦੇ ਉਹ ਇੱਕ ਬਹੁਤ ਹੀ ਜ਼ਿਆਦਾ ਵੇਖਣ ਵਾਲੀ ਹੁੰਦੀ। ਉਹਦੇ ਵਿੱਚ ਉਹ ਬਹੁਤ ਰੰਗ ਵੀ ਉਡਾਉਂਦੇ ਨੇ ਤੇ ਬਹੁਤ ਸਾਰੇ ਬਾਜੇ ਗਾਜੇ ਵੀ ਵਜਾਉਂਦੇ ਨੇ ਤੇ ਨਾਲ ਉਹ ਗੀਤ ਵੀ ਬੜੇ ਗਾਉਂਦੇ ਨੇ ਤੇ ਹੱਥ ਵਿੱਚ ਡਫਲੀਆਂ ਲੈ ਕੇ ਪਿਚਕਾਰੀਆਂ ਭਰ ਕੇ ਰੰਗ ਪਾਉਣਾ, ਨੱਚਣਾ, ਢੋਲਕੀਆਂ ਵਜਾਣੀਆਂ ਤੇ ਗੀਤ ਗਾਣੇ, ਇਉਂ ਹੋਲੀ ਮਨਾਉਂਦੇ। ਉਸ ਹੋਲੀ ਦਾ ਸੀਨ ਕਵੀ ਜੀ ਇੱਥੇ ਖਿੱਚ ਰਹੇ। ਕਹਿੰਦੇ ਪਿਚਕਾਰੀਆਂ ਦੀ ਥਾਂ ਤੇ ਬੰਦੂਕਾਂ ਚੱਲ ਰਹੀਆਂ ਤੇ ਗੁਲਾਲ ਉਡਾਉਣ ਦੀ ਥਾਂ ਤੇ ਹੱਥਾਂ ਨਾਲ ਕਹਿੰਦੇ ਬਰਛੀਆਂ ਚੱਲ ਰਹੀਆਂ ਨੇ ਔਰ ਢਾਲਾਂ ਜਿਹੜੀਆਂ ਨੇ ਉਹ ਡੱਫ ਦੀ ਤਰ੍ਹਾਂ ਵੱਜ ਰਹੀਆਂ ਨੇ, ਠਾਹ ਠਾਹ ਹੋ ਰਹੀ ਹੈ ਤੇ ਜਿਹੜੇ ਮਾਰ ਲਓ ਕਹਿੰਦੇ ਨੇ ਸਮਝੋ ਗੀਤ ਗਾ ਰਹੇ ਨੇ। ਹਾਂਜੀ, ਪਰੈ ਧਾਏ ਧਾਈ ਕਿਰਪਾਨਾਂ ਚਲਾਈ, ਦੌੜ ਦੌੜ ਕੇ ਪੈਂਦੇ ਨੇ ਤੇ ਨੰਗੀਆਂ ਤੇਗਾਂ ਚਲਾਉਂਦੇ ਨੇ। ਕਟੈ ਅੰਗ ਗੇਰੈ ਸੋ ਲੋਥੈ ਕਨੇਰੈ, ਔਰ ਆਪਣੇ ਸਾਹਮਣੇ ਵਾਲੇ ਸੂਰਮੇ ਦਾ ਹੱਥ ਪੈਰ ਮੂੰਹ ਸਿਰ ਵੱਢ ਕੇ ਸਿੱਟ ਦਿੰਦੇ ਨੇ, ਲਾਸ਼ਾਂ ਦੇ ਢੇਰ ਲਾਈ ਜਾਂਦੇ ਨੇ। ਨਵਾਬੰਗ ਦਿਖਾਵੇਂ ਬੜੇ ਓਜ ਲਾਵੇਂ, ਉਧਰੋਂ ਨਵਾਬ ਅਬਦੁਲ ਖਾਨ ਦੇ ਸੂਰਮੇ ਵੀ ਬੜੇ ਜੰਗੀ, ਉਹ ਵੀ ਆਪਣੇ ਕਰਤੱਵ ਦਿਖਾ ਰਹੇ ਨੇ। ਆਪਣੇ ਨਵਾਬ ਨੂੰ ਖੁਸ਼ ਕਰਨ ਲਈ, ਅਬਦੁਲ ਖਾਨ ਤੋਂ ਪ੍ਰਸੰਨਤਾ ਹਾਸਲ ਕਰਨ ਲਈ ਪੂਰਾ ਦਿਲ ਲਾਰ ਕੇ ਲੜ ਰਹੇ ਨੇ। ਨਹੀਂ ਪਾਏ ਪਾਛੇ ਭੇਰੇ ਸੂਰ ਆਛੇ, ਕਹਿੰਦੇ ਪੈਰ ਪਿੱਛੇ ਨਹੀਂ ਕੀਤਾ, ਸੂਰਮੇ ਬੜੀ ਬਹਾਦਰੀ ਨਾਲ ਭਿੜੇ ਹਨ। ਇਤੈ ਸਿੱਖ ਦੌਰੇ ਮਚੋ ਭੀਮ ਰੌਰੇ, ਇਧਰੋਂ ਸਿੱਖ ਦੌੜ ਪਏ ਨੇ, ਬੜੀ ਭਿਆਨਕ ਲੜਾਈ ਹੋ ਰਹੀ ਹੈ, ਬੜਾ ਰੌਲਾ ਪਿਆ, ਸਿੱਖ ਦੌੜ ਕੇ ਦੁਸ਼ਮਣ ਦੇ ਗਲ ਜਾ ਪਏ ਨੇ। ਉਧਰੋਂ ਮੁਗਲ ਪਠਾਨ ਆ ਗਏ ਨੇ, ਇਧਰੋਂ ਸਿੱਖਾਂ ਦਾ ਦਲ ਵਧਿਆ ਅੱਗੇ। ਪਰੈ ਹੂਹ ਦੈ ਕੈ ਕਿਰਪਾਨਾਂ ਚ ਲੈ ਕੇ, ਨੰਗੀਆਂ ਤੇਗਾਂ ਹੱਥ ਵਿੱਚ ਫੜੀਆਂ ਨੇ, ਹਲਾ ਹੂਲ ਕਰਦੇ ਪੈਂਦੇ ਨੇ ਇੱਕ ਦੂਜੀ ਨੂੰ। ਕਿਤੇ ਢਾਲ ਓਡੈ ਕਿਤੇ ਹੱਥ ਛੋਡੈ, ਕਿਤੇ ਢਾਲਾਂ ਦੇ ਉੱਤੇ ਵਾਰ ਰੋਕਦੇ ਨੇ ਤੇ ਕਿਤੇ ਵਾਰ ਮਾਰਦੇ ਨੇ। ਸੋ ਬੰਕੇ ਸਿਪਾਹੀ ਮਰੇ ਜੰਗ ਮਾਹੀ, ਬੜੇ ਬੜੇ ਬਾਂਕੇ ਸ਼ਹਿਰ ਸ਼ਬੀਲੇ ਸੂਰਮੇ ਜੰਗ ਦੇ ਮੈਦਾਨ 'ਚ ਮਰ ਰਹੇ ਨੇ, ਧਰਤੀ ਤੇ ਲਿਟ ਰਹੇ ਨੇ। ਵਿਧੀ ਚੰਦ ਰੋਸਾ ਬੜੀ ਜੰਗ ਹੋਸਾ, ਬਾਬਾ ਵਿਧੀ ਚੰਦ ਛੀਨਾ ਗੁਰੂ ਕਾ ਸੀਨਾ। ਬਾਬਾ ਵਿਧੀ ਚੰਦ ਜੀ ਬੜੇ ਰੋਸ ਵਿੱਚ ਆ ਕੇ, ਬੜੇ ਗੁੱਸੇ ਵਿੱਚ ਆ ਕੇ ਜੰਗ ਲੜ ਰਹੇ ਨੇ ਗੁਰੂ ਦੀ ਕਿਰਪਾ ਨਾਲ। ਸੋ ਆਪੰਗ ਬਚਾਵੇ ਘਨੇ ਛਤਰ ਘਾਵੇ, ਬਾਬਾ ਜੀ ਬੜੇ ਫੁਰਤੀਲੇ ਸਨ। ਬਾਬਾ ਵਿਧੀ ਚੰਦ ਜੀ ਆਪਣਾ ਸਰੀਰ ਬਚਾ ਕੇ ਤੇ ਵੈਰੀਆਂ ਨੂੰ ਤੀਰਾਂ ਗੋਲੀਆਂ ਨਾਲ ਪਰੋਈ ਜਾਂਦੇ ਆ। ਗਜੈ ਤੀਰ ਤੀਖੇ ਜੋ
ਸੰਜੋਗ ਸਰਪੰਗ ਸਰੀਖੇ। ਸੱਪ ਦੀ ਤਰ੍ਹਾਂ ਉੱਡ ਕੇ ਜਾਣ ਵਾਲੇ ਤੀਖੇ ਤੀਰ ਕੰਨਾਂ ਦਾ ਹੀ ਖਿੱਚ ਕੇ ਬਾਬਾ ਬਿਧੀ ਚੰਦ ਜੀ ਮਾਰਦੇ। ਭਟੰਗ ਪ੍ਰਾਨ ਹਾਨੇ ਗਿਰੇ ਜੰਗ ਥਾਨੇ। ਬੜੇ ਬੜੇ ਸੂਰਮਿਆਂ ਦੇ ਪ੍ਰਾਣ ਪੰਖੇਰੂ ਮੈਦਾਨੇ ਜੰਗ 'ਚ ਉੱਡ ਗਏ ਹਨ। ਬਾਬਾ ਜੀ ਦੇ ਤੀਰਾਂ ਨਾਲ ਹੀ ਬਹੁਤ ਸਾਰੇ ਮਾਰ ਦਿੱਤੇ ਬਾਬਾ ਜੀ ਨੇ। ਮੁਖੰ ਭਰ ਕੇ ਸੋ ਆਉਂਦੇ ਭਰੇ। ਕਈ ਮੂੰਹ ਭਾਰ ਡਿੱਗੇ ਨੇ, ਮੂੰਹ ਦੇ ਮੂੰਹ ਡਿੱਗੇ ਨੇ। ਜਹਾਂ ਕਬ ਹੋ ਭਵਾ ਭਕ ਲੋਹੂ। ਜਿੱਥੇ ਜ਼ਖਮ ਲੱਗਾ ਹੁੰਦਾ ਸਰੀਰ 'ਚ ਤੀਰ ਜਾਂ ਗੋਲੀ ਵੱਜੀ ਹੁੰਦੀ ਹੈ, ਉੱਥੋਂ ਖੂਨ ਪੱਕ ਕਰਕੇ ਬਾਹਰ ਨੂੰ ਨਿਕਲਦਾ। ਖੂਨ ਦੇ ਪਰਨਾਲੇ ਵਗਦੇ ਸਰੀਰ ਦੇ ਵਿੱਚੋਂ। ਕਹੂੰ ਕੰਪ ਧਾਰੇ ਭਇਓ ਤਰਾਸ ਭਾਰੇ। ਕਈ ਵੇਖ ਕੇ ਡਰ ਜਾਂਦੇ, ਕੰਬਣ ਲੱਗ ਜਾਂਦੇ। ਜੰਗ ਦਾ ਸੀਨ ਇਹੋ ਜਿਹਾ ਹੈ, ਜੁੱਧ ਕੀ ਬਾਤ ਬੁਰੀ ਸਭ ਤੇ। 10ਵੇਂ ਪਾਤਸ਼ਾਹ ਜੀ ਮਹਾਰਾਜ ਨੇ ਲਿਖਿਆ ਸਭ ਤੋਂ ਬੁਰੀ ਬਾਤ ਹੈ ਲੜਾਈ। ਜੰਗ ਨਾਂ ਲੈਣਾ ਸੌਖਾ, ਪਰ ਜਦੋਂ ਲੜਾਈ ਗਲ ਪੈ ਜਾਂਦੀ ਨਿਭਾਣੀ ਬੜੀ ਔਖੀ ਹੈ। ਜਾਨ ਦੇ ਖੇਡਣਾ ਪੈਂਦਾ ਸੂਰਮਿਆਂ ਨੂੰ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਫੌਜ ਦੇ ਯੋਧੇ ਬਾਬਾ ਬਿਧੀ ਚੰਦ ਵਰਗੇ ਸੂਰਮੇ, ਜਿਨ੍ਹਾਂ ਨੂੰ ਆਪਾਂ ਰੋਜ਼ ਅਰਦਾਸ ਵਿੱਚ ਯਾਦ ਕਰਦੇ ਹਾਂ, ਜਿਨ੍ਹਾਂ ਨੇ ਦੇਗ ਚਲਾਈ, ਤੇਗ ਵਾਈ, ਲੰਗਰ ਵੀ ਚਲਾਏ ਤੇ ਜੰਗ ਵੀ ਕੀਤੇ। ਇਹ ਕਮਾਈ ਗੁਰੂ ਖਾਲਸੇ ਦੇ ਹਿੱਸੇ ਆਈ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੂਰਮੇ ਬਾਬਾ ਬਿਧੀ ਚੰਦ ਜੀ ਵੈਰੀਆਂ ਦੇ ਦੰਦ ਖੱਟੇ ਕਰੀ ਜਾਂਦੇ ਹਨ। ਕਹੂੰ ਕੋ ਪਠਾਨੇ ਗਇਓ ਖਗ ਪਾਨੇ। ਕਹਿੰਦੇ ਹੱਥਾਂ ਵਿੱਚ ਤੇਗਾਂ ਫੜ ਕੇ ਬਾਬਾ ਬਿਧੀ ਚੰਦ ਜੀ ਦੇ ਸੂਰਮੇ ਲੜ ਰਹੇ ਨੇ ਕ੍ਰੋਧ ਵਿੱਚ ਆ ਕੇ। ਜਿੱਥੇ ਮੁਗਲ ਪਠਾਨ ਨੇ ਉਹਨਾਂ ਦੇ ਨਾਲ ਯੁੱਧ ਕਰ ਰਹੇ ਨੇ ਗੁੱਸਾ ਖਾ ਕੇ। ਝਟਾ ਝਟ ਬਾਹਾਂ ਕਰੇ ਉਜ ਬਾਹਾਂ। ਝਟਾ ਝਟ ਫਟਾਫਟ ਤੇਗਾਂ ਬੰਨ੍ਹਦੇ ਨੇ। ਬਾਹੂ ਬਲ ਦੇ ਨਾਲ, ਡੋਲਿਆਂ ਦੇ 'ਚ ਬਲ ਵੀ ਹੋਵੇ ਤਾਂ ਹੀ ਤੇਗ ਮਾਰੀ ਜਾਂਦੀ। ਸਾਧ ਸੰਗਤ ਜੀ, ਅਸੀਂ ਗੱਤਕਾ ਖੇਡਦੇ ਹਾਂ, 5 ਮਿੰਟ ਲਗਾਤਾਰ ਗੱਤਕਾ ਖੇਡੀਏ ਤੇ ਬਾਹਾਂ ਫੁੱਲ ਜਾਂਦੀ। 5 ਮਿੰਟ 'ਚ ਸਾਡਾ ਸਰੀਰ ਜਿਹੜਾ ਨਾ ਉਹ ਹੰਭ ਜਾਂਦਾ। ਸਾਹ ਉੱਪਰਲਾ ਉੱਪਰ ਤੇ ਥੱਲੇ ਵਾਲਾ ਥੱਲੇ ਹੁੰਦਾ। ਤੇ ਜਿਨ੍ਹਾਂ ਨੇ ਸਾਰਾ ਦਿਨ ਜੰਗ ਲੜਨਾ, ਉਹਨਾਂ ਨੂੰ ਪੁੱਛੋ ਵੀ ਕਿੱਦਾਂ ਲੜਦੇ, ਕਿੰਨੀ ਕੁ ਸ਼ਕਤੀ, ਕਿੰਨਾ ਕੁ ਬਲ ਚਾਹੀਦਾ। ਕਹਿੰਦੇ ਬਾਹੂ ਬਲ ਕਰਦੇ ਨੇ, ਡੋਲਿਆਂ ਦੇ ਬਲ ਨਾਲ ਲੜਦੇ ਨੇ ਸੂਰਮੇ। ਤਛਾ ਮੁੱਛ ਹੋਏ ਬੜੀ ਨੀਂਦ ਸੋਏ। ਕਹਿੰਦੇ ਤਛਾ ਮੁੱਛ ਹੋ ਗਏ ਨੇ, ਵੱਡੇ ਟੁੱਕੇ ਗਏ ਨੇ, ਵੱਡੀ ਨੀਂਦ ਸੌਂ ਗਏ ਨੇ। ਉਹ ਵੱਡੀ ਨੀਂਦ ਹੁੰਦੀ ਹੈ ਜਿਹੜੇ ਮੁੜ ਕੇ ਜਾਗਣਾ ਹੀ ਕੋਈ। ਮੌਤ ਦੀ ਨੀਂਦ, ਮੌਤ ਦੀ ਸੇਜਾ ਤੇ ਸੁੱਤੇ ਪਏ ਨੇ, ਹੁਣ ਮੁੜ ਕੇ ਜਾਗਣਗੇ ਨਹੀਂ। ਕਟੀ ਜੰਗ ਕਾਹੂ ਖਰੇ ਜੰਗ ਮਾਹੂ। ਕਿਸੇ ਦੀ ਲੱਤ ਵੱਢੀ ਹੈ ਤੇ ਕਈ ਇੰਨੇ ਦਲੇਰ ਨੇ ਲੱਤ ਵੱਢੀ ਹੋਈ ਹੈ, ਇੱਕੋ ਲੱਤ ਤੇ ਖੜ ਕੇ ਲੜੀ ਜਾਂਦੇ ਨੇ। ਸੁਚਾਲੇ ਸਿੰਘ ਨੇ ਇੱਕ ਲੱਤ ਵੱਢੀ ਗਈ, ਇੱਕ ਲੱਤ ਦੇ ਸਹਾਰੇ ਹੀ ਆਪਣੇ ਦੁਸ਼ਮਣ ਨੂੰ ਜਾ ਕੇ ਤਲਵਾਰ ਮਾਰ ਦਿੰਦੇ। ਇੰਨਾ ਆਪਣਾ ਜੋਸ਼ ਦਿਖਾਉਂਦੇ ਆ। ਕਟੇ ਕਾਹੂ ਪਾਸੇ ਸੋ ਆਤਰ ਨਿਕਾਸੇ। ਤੇ ਕਈਆਂ ਦੀਆਂ ਵੱਖੀਆਂ ਪਾੜ ਗਈਆਂ ਨੇ, ਪੇਟ ਵਿੱਚ ਜਾਂ ਵੱਖੀ 'ਚ ਬਰਛੀ ਵੱਜੀ ਆ, ਆਂਦਰਾਂ ਬਾਹਰ ਨਿਕਲੀਆਂ ਹੋਈਆਂ ਨੇ। ਹਾਂਜੀ। ਵਿਦਾ ਕਾਹੂ ਛੇਦਾ ਭਰੇ ਪਾਏ ਖੇਦਾ। ਕਿਸੇ ਦੇ ਦਿਲ ਵਿੱਚ ਗੋਲੀ ਵੱਜੀ ਹੈ, ਤੀਰ ਵੱਜਿਆ, ਕਿਸੇ ਦੇ ਦਿਲ 'ਚ ਬਰਛਾ ਵੱਜਿਆ ਤੇ ਉਹ ਮਰਿਆ ਪਿਆ ਹੈ। ਕਿਸੂ ਹੱਥ ਕਾਟਾ ਦਇਓ ਤਰਾਸ ਡਾਟਾ। ਕਿਸੇ ਦਾ ਹੱਥ ਵੱਢਿਆ ਪਿਆ ਹੈ, ਕਿਸੇ ਦੀ ਬਾਂਹ ਮੋਢੇ ਤੋਂ ਉਤਰੀ ਪਈ ਹੈ, ਕਿਸੇ ਦਾ ਸਿਰ ਵੱਢਿਆ ਪਿਆ ਹੈ। ਦੋ ਧਾਰੇ ਜੋ ਖੰਡੇ ਸੋ ਤੀਖੇ ਪ੍ਰਚੰਡੇ। ਜਿਹੜੇ 2 ਧਾਰੇ ਖੰਡੇ ਬੜੇ ਤਿੱਖੇ ਫੁਲਾਦੀ, ਉਹਨਾਂ ਨੇ ਵੱਡ ਰੀਝਾਂ ਲਾ ਲਈਆਂ ਤੇ ਲਹੂ ਵਿੱਚ ਸ਼ਸਤਰ ਨਾ ਬੈਠੇ ਹਨ। ਬੜੇ ਬਾੜ ਵਾਰੇ ਫੁਲਾਦੀ ਕਰਾਰੇ। ਬੜੀ ਤਿੱਖੀ ਧਾਰ ਵਾਲੇ ਫੁਲਾਦੀ ਖੰਡੇ ਮੈਦਾਨੇ ਜੰਗ ਵਿੱਚ ਚੱਲ ਰਹੇ ਨੇ। ਲਗੈ ਗਰੀਬ ਜਾਹੂੰ ਗਿਰੈ ਸੀਸ ਤਾਹੂੰ। ਜਿਹਦੀ ਗਰਦਨ ਦੇ ਉੱਤੇ ਖੰਡੇ ਵੱਜਦੇ ਨੇ, ਉਹਦਾ ਸੀਸ ਧੜ ਤੋਂ ਵੱਖਰਾ ਕਰਕੇ ਉਹ ਸੁੱਟਦੇ ਨੇ। ਭਏ ਰੁੰਡ ਮੁੰਡੰ ਭਰੇ ਖੰਡ ਖੰਡੰ। ਰੁੰਡ ਮੁੰਡ ਹੋਏ ਪਏ ਨੇ, ਕਿਤੇ ਸਿਰ ਪਏ ਨੇ, ਕਿਤੇ ਲਾਸ਼ਾਂ ਪਈਆਂ ਨੇ। ਟੋਟੇ ਹੋ ਕੇ ਸੂਰਮੇ ਮੈਦਾਨੇ ਜੰਗ 'ਚ ਲਿਟੇ ਹੋਏ ਨੇ। ਕਟੇ ਕਾਹੋਂ ਤੁੰਡੰ ਲਟੇ ਸੂਰ ਝੁੰਡੰ। ਕਿਸੇ ਦਾ ਸਿਰ ਵੱਢਿਆ, ਕਿਸੇ ਦੀ ਲੱਤ ਵੱਢੀ, ਕਿਸੇ ਦੀ ਬਾਂਹ ਵੱਢੀ, ਕਿਸੇ ਦਾ ਪੇਟ ਫਟਿਆ, ਕਿਸੇ ਦੇ ਮੱਥੇ 'ਚ ਗੋਲੀ ਵੱਜੀ। ਤੇ ਸੂਰਮਿਆਂ ਦੇ ਝੁੰਡਾਂ ਦੇ ਝੁੰਡ, ਢੇਰਾਂ ਦੇ ਢੇਰ ਲਾਸ਼ਾਂ ਦੇ ਪਏ ਨੇ। ਪ੍ਰਚੰਡੈ ਘੁਮੰਡੈ ਕਟੇ ਬਾਹੋ ਦੰਡੇ। ਕਹਿੰਦੇ ਬੜੇ ਘਮੰਡ ਵਾਲੇ ਸੂਰਮੇ, ਪ੍ਰਚੰਡ ਯੋਧੇ, ਬਾਹੋਂ ਦੰਡੇ, ਜਿਨ੍ਹਾਂ ਦੀਆਂ ਬਾਹਾਂ ਵੱਢੀਆਂ ਗਈਆਂ ਨੇ। ਸਰੋਹੀ ਹਲੱਬੀ ਸੋਤੇ ਗਏ ਜੋ ਨੱਬੀ। ਸਰੋਈ, ਸਰੋਹ ਦੇਸ਼ ਦੀ ਫੁਲਾਦੀ ਤਲਵਾਰ। ਸਰੋਈ ਰਾਜਪੂਤਾਨੇ ਵਿੱਚ, ਰਾਜਸਥਾਨ ਵਿੱਚ ਰਾਜਪੂਤਾਂ ਦੀ ਇੱਕ ਰਿਆਸਤ ਹੈ ਸਰੋਈ। ਸਰੋਈ ਦੀ ਬਣੀ ਤਲਵਾਰ ਦੁਨੀਆ 'ਚ ਮਸ਼ਹੂਰ ਹੈ। ਸੈਫ ਸਰੋਹੀ ਸਹਿਤੀ ਯਹ ਹਮਾਰੇ ਪੀਰ। ਗੁਰਬਾਣੀ 'ਚ ਵੀ ਸਤਿਗੁਰਾਂ ਨੇ ਲਿਖਿਆ ਸੈਫ ਸਰੋਹੀ ਸਹਿਤੀ ਯਹ ਹਮਾਰੇ ਪੀਰ। ਇਹ ਸੈਫਾਂ ਸਰੋਈਆਂ ਸਾਡੇ ਗੁਰੂ ਪੀਰ ਹਨ। ਤੇ
ਹਲੱਬੀ ਹਲਬ ਦੇਸ਼ ਦੀ ਬਣੀ ਹੋਈ, ਜਨੱਬੀ ਜਨਬ ਦੀ ਬਣੀ ਹੋਈ, ਤੇ ਵੱਖਰੇ ਵੱਖਰੇ ਮੁਲਕਾਂ ਦੀਆਂ, ਗੁਜਰਾਤ ਦੀ ਬਣੀ ਗੁਜਰਾਤੀ, ਸਰੋਹ ਦੀ ਬਣੀ ਸਰੋਈ, ਔਰ ਵੱਖਰੇ ਵੱਖਰੇ ਮਿਸਰ ਦੀ ਬਣੀ ਹੋਈ ਮਿਸਰੀ, ਅਲੇਮਾਨੀ, ਸੁਲੇਮਾਨੀ, ਤੇ ਅੱਗੇ ਖੰਡੇ, ਊਨਾ, ਆਸ, ਕੱਤੀ, ਕਰੌਤੀ, ਕਿਰਚ, ਕਿਰਪਾਨ, ਧੋਪ, ਪਟਿਸ਼, ਖੰਡੇ, ਬਹੁਤ ਕਿਸਮ ਦੇ ਸ਼ਸਤਰ ਹੁੰਦੇ। ਕਦੀ ਤੁਸੀਂ ਜ਼ਿੰਦਗੀ ਸਮਾਂ ਬਣੇ ਤੇ ਹਜੂਰ ਸਾਹਿਬ ਜਾਓ, ਦੀਪਮਾਲਾ ਤੋਂ ਇੱਕ ਦਿਨ ਪਹਿਲਾਂ ਤਖਤ ਇਸ਼ਨਾਨ ਹੁੰਦਾ, ਸਤਿਗੁਰੂ ਜੀ ਦਾ ਕਮਰ ਕਸਾ ਸਾਰਾ ਬਾਹਰ ਆਉਂਦਾ, ਸੈਂਕੜੇ ਨਹੀਂ ਹਜ਼ਾਰਾਂ ਸ਼ਸਤਰ ਮਹਾਰਾਜ ਕਲਗੀਧਰ ਪਾਤਸ਼ਾਹ ਦੇ ਕਮਰ ਕਸੇ 'ਚ ਹਨ। ਭਾਈ ਕਾਹਨ ਸਿੰਘ ਜੀ ਨਾਭਾ ਨੇ ਲਿਖਿਆ ਵੀ ਇਹੋ ਜਿਹੇ ਸ਼ਸਤਰ ਦੁਨੀਆ ਦੇ ਕਿਸੇ ਰਾਜੇ ਕੋਲ, ਮਹਾਰਾਜੇ ਕੋਲ ਹੈ ਨਹੀਂ, ਜਿਹੜੇ ਮਹਾਰਾਜ ਦਸਮ ਪਾਤਸ਼ਾਹ ਜੀ ਦੇ ਖਜ਼ਾਨੇ ਵਿੱਚ ਹਨ। ਸੋ ਇਹੋ ਜਿਹੇ ਸ਼ਸਤਰ ਸਿੰਘਾਂ ਦੇ ਕੋਲ ਹੁੰਦੇ ਸਨ ਪੁਰਾਤਨ ਸਮੇਂ। ਉਧਰ ਮੁਗਲਾਂ ਕੋਲ ਵੀ, ਪਠਾਣਾ ਕੋਲ ਵੀ ਵਧੀਆ ਵਧੀਆ ਸ਼ਸਤਰ ਸੀ। ਕਹਿੰਦੇ ਹਲੱਬੀ, ਜਨੱਬੀ, ਸਰੋਹੀ, ਕਈ ਕਿਸਮ ਦੀਆਂ ਤਲਵਾਰਾਂ ਹਨ। ਕੜਾ ਕੜ ਝਾੜੈ ਬਣੈ ਭੀਮ ਤਾੜੈ, ਕਾੜ ਕਾੜ ਕਰਦੀਆਂ ਤੇਗਾਂ ਝਾੜਦੇ ਨੇ ਤੇ ਭਿਆਨਕ ਰੂਪ ਵਿੱਚ ਗਰਜਦੇ ਨੇ ਤੇ ਅਗਲੇ ਨੂੰ ਦਬਕਾ ਮਾਰ ਕੇ ਜਾਨ ਕੱਢ ਦਿੰਦੇ ਨੇ। ਹਾਂਜੀ, ਬੜੇ ਸਿੱਖ ਕ੍ਰੋਧੇ ਮਹਾਜੰਗ ਜੋਧੇ, ਬੜੇ ਜੋਸ਼ ਨਾਲ ਜੋਧੇ ਗੁਰੂ ਮਹਾਰਾਜ ਦੀ ਫੌਜ ਦੇ ਸੂਰਮੇ ਕ੍ਰੋਧ ਵਿੱਚ ਆ ਕੇ ਗਰਜਦੇ ਨੇ। ਮਲੇਛਾਨ ਹੱਲਾ ਦਿੜੰਗ ਹੋਏ ਝੱਲਾ, ਮਲੇਸ਼ੀਆ ਦਾ, ਤੁਰਕਾਂ ਦਾ ਹੱਲਾ ਜਿਹੜਾ ਉਹ ਬੜਾ ਤਗੜਾ ਹੋ ਕੇ ਚੱਲ ਲਿਆ, ਬੜਾ ਜ਼ਬਰਦਸਤ ਹੱਲਾ ਕੀਤਾ ਸੀ ਮਲੇਸ਼ੀਆ ਨੇ, ਪਰ ਬਾਬਾ ਬਿਧੀ ਚੰਦ ਨੇ ਉਹਨਾਂ ਦੀ ਪੇਸ਼ ਨਹੀਂ ਜਾਣ ਦਿੱਤੀ, ਅੱਗੇ ਨਹੀਂ ਵਧਣ ਦਿੱਤੇ। ਹਾਂਜੀ, ਘਣੀ ਮਾਰ ਮਾਚੀ ਲਹੂ ਧੂਲ ਰਾਚੀ, ਬੜੀ ਮਾਰ ਮੱਚੀ ਹੈ, ਲਹੂ ਦਾ ਤੇ ਮਿੱਝ ਦਾ ਗਾਰਾ ਹੀ ਬਣ ਗਿਆ। ਕਹਿੰਦੇ ਧਰਤੀ ਉੱਤੇ ਲਹੂ ਡੁੱਲ ਡੁੱਲ ਕੇ ਨਾ ਉਹ ਮਿੱਟੀ ਵਿੱਚ ਰਲ ਰਲ ਕੇ ਤੇ ਚਰਬੀ, ਸੂਰਮਿਆਂ ਦੇ ਜਿਹੜੇ ਸਰੀਰ ਦੇ ਵਿੱਚੋਂ ਚਰਬੀ ਨਿਕਲ ਕੇ ਉਹ ਰਲ ਗਈ ਹੈ, ਤੇ ਅਜੀਬ ਕਿਸਮ ਦਾ ਮਿੱਝ ਦਾ, ਲਹੂ ਦਾ, ਖੂਨ ਦਾ, ਮਿੱਟੀ ਦਾ ਰਲ ਕੇ ਗਾਰਾ ਬਣ ਗਿਆ ਹੈ। ਦੋਹਰਾ ਇੱਕ ਇੱਕ ਸਿੱਖ ਗੁਰਸ ਭੱਟ ਜੇ, ਗੁਰੂ ਜੀ ਦੀ ਫੌਜ ਦਾ ਇੱਕ ਇੱਕ ਸਿੱਖ ਯੋਧਾ, 10-10 ਤੁਰਕ ਸੰਘਾਰ, 10-10 ਤੁਰਕਾਂ ਨੂੰ ਮਾਰ ਕੇ ਕੋ ਸ਼ਹੀਦ ਕੋ ਜੀਅਤ ਭਾ, ਜੰਗ 'ਚ ਸ਼ਹੀਦੀਆਂ ਪਾ ਗਏ। ਕਈ ਸਿੱਖ ਸ਼ਹੀਦ ਹੋ ਗਏ, ਕਈ ਅਜੇ ਜਿਉਂਦੇ ਲੜੀ ਜਾਂਦੇ ਆ। ਸਤਿਗੁਰ ਕੋ ਬਲ ਧਾਰ, ਮਹਾਰਾਜ ਦਾ ਬਲ, ਧੰਨ ਗੁਰੂ ਹਰਗੋਬਿੰਦ ਸਾਹਿਬ ਦਾ ਬਲ ਪਾ ਕੇ ਉਹ ਸਿੱਖ 1.25 ਲੱਖ ਨਾਲ ਲੜਨ ਦੇ ਬਰਾਬਰ ਬਣ ਗਏ ਹਨ। ਰਸਾਵਲ ਛੰਦ ਗੁਰੂ ਕੋਪ ਹੋਏ, ਵਿਖੇ ਛਤਰ ਢੋਏ, ਜਦੋਂ ਅਬਦੁਲ ਖਾਨ ਖੁਦ ਮੈਦਾਨੇ ਜੰਗ 'ਚ ਫੌਜਾਂ ਲੈ ਕੇ ਆ ਗਿਆ, ਅੱਗੋਂ 6ਵੇਂ ਪਾਤਸ਼ਾਹ ਵੀ ਵੀਰ ਰਸ ਵਿੱਚ ਆ ਗਏ। ਮਲੇਛੰਗ ਸਮੂਹਾ ਭਰੇ ਦੀਨ ਹੂਹਾ, ਮਹਾਰਾਜ ਨੇ ਆ ਰਹੇ ਮਲੇਸ਼ਾਂ ਦੇ ਸਾਹਮਣੇ ਆਪਣੇ ਸਿੱਖਾਂ ਨੂੰ ਲਲਕਾਰਿਆ ਹੈ, ਕਰੇ ਲਾਲ ਨੈਣਾ ਲਿਓ ਬਨ ਪੈਨਾ, ਔਰ ਅੱਖਾਂ ਨੇਤਰ ਸਤਿਗੁਰਾਂ ਦੇ ਲਾਲ ਹੋ ਗਏ। ਮਹਾਰਾਜ ਵੀਰ ਰਸ ਵਿੱਚ ਆ ਗਏ, ਭਰਵੱਟੇ ਵੀ ਕਮਾਨ ਦੀ ਤਰ੍ਹਾਂ ਚੜ੍ਹ ਗਏ, ਅੱਖਾਂ ਲਾਲ ਹੋ ਗਈਆਂ 6ਵੇਂ ਪਾਤਸ਼ਾਹ ਦੀਆਂ, ਤੇ ਭਾਰੀ ਧਨਸ 9 ਟੰਕਾ ਮੋਢਿਓਂ ਲਾ ਕੇ ਤੇ ਮਹਾਰਾਜ ਤੀਰਾਂ ਦੀ ਵਰਖਾ ਕਰਨ ਲੱਗੇ। ਨਿਖੰਗੈ ਨਿਕਾਸਾ ਮੁਖੀ ਤੇ ਪ੍ਰਕਾਸ਼ਾ, ਮਹਾਰਾਜ ਦੇ ਪੱਥੇ 'ਚੋਂ ਤੀਰ ਕੱਢਿਆ, 4 ਉਂਗਲ ਚੌੜੀ ਜਿਹਦੀ ਮੁਖੀ ਹੈ, ਔਰ ਸਾਧ ਸੰਗਤ ਜੀ ਬੜਾ ਭਿਆਨਕ ਤੀਰ ਹੈ। ਫੁੱਟੋ ਮੋਟ ਕਾਨਾ ਸੋ ਪੰਖੈ ਮਹਾਨਾ, ਔਰ ਉਸ ਤੀਰ ਦਾ ਕਾਨਾ ਵੀ, ਉਹਦੀ ਜਿਹੜੀ ਡੰਡੀ ਹੈ, ਕਾਨਾ ਕਹਿੰਦੇ ਆਪਾਂ, ਇੱਧਰ ਤਾਂ ਤੀਰ ਉੱਦਾਂ ਦੇ ਮਿਲਦੇ ਨਹੀਂ, ਉੱਧਰ ਇੰਡੀਆ 'ਚ ਕਾਨਿਆਂ ਦੇ ਬਣਦੇ ਹੁੰਦੇ ਸੀ। ਕਾਨਿਆਂ ਦੀਆਂ ਕਲਮਾਂ ਵੀ ਬਣਦੀਆਂ ਨੇ, ਬੱਚੇ ਲਿਖਦੇ ਨੇ, ਤੇ ਚੰਗੇ ਵਧੀਆ ਕਿਸਮ ਦੇ ਕਾਨੇ ਲੈ ਕੇ, ਜਾਂ ਛੋਟੇ ਉਸੇ ਕਾਨੇ ਵਰਗੇ ਬਾਂਸ ਵੀ ਮਿਲਦੇ ਨੇ ਅਸਾਮ ਦੇ ਇਲਾਕੇ ਵਿੱਚ, ਉਧਰ ਬਾਂਸ ਦਾ ਤੀਰ ਤਿਆਰ ਕਰਦੇ, ਬਹੁਤ ਬਰੀਕ ਹੁੰਦੀ ਹੈ ਡੰਡੀ। ਉਹ ਫਿਰ ਮੋਟੇ ਕਾਨੇ ਉਹਨਾਂ ਦੇ ਮਹਾਰਾਜ ਸਾਹਿਬ ਜੀ ਦੇ ਤੀਰਾਂ ਨੂੰ ਲੱਗੇ ਹਨ। ਗੁਰੰਗ ਚਾਪ ਜੋਰਾ ਕਠੋਰੈ ਸੋ ਚੌੜਾ, ਇਹੋ ਜਿਹਾ 4 ਉਂਗਲ ਚੌੜਾ ਤੀਰ ਮਹਾਰਾਜ ਨੇ ਕਮਾਨ ਚੋਂ ਚਿੱਲੇ ਕੱਢ ਚਾੜਿਆ ਹੈ, ਕੰਨਾਂ ਤਾਈਂ ਖਿੱਚਿਆ ਹੈ। ਕਰਿਓ ਤਨ ਤਾਨਾ ਲਗਿਓ ਪਾਨ ਕਾਨਾ, ਮਹਾਰਾਜ ਨੇ ਇੰਨਾ ਖਿੱਚਿਆ ਵੀ ਜਿਹੜਾ ਮਹਾਰਾਜ ਦਾ ਸੱਜਾ ਹੱਥ ਸੀ ਉਹ ਕੰਨ ਤੱਕ ਆ ਗਿਆ, ਤੇ ਖੱਬਾ ਹੱਥ ਜਿਹੜਾ ਕਮਾਨ ਨੂੰ ਫੜ ਕੇ ਇਦਾਂ ਤਾਣ ਲਿਆ ਸਤਿਗੁਰਾਂ ਨੇ। ਤਕਿਓ ਗੋਲ ਮਾਰਾ ਚਲਿਓ ਬੇਗ ਪਾਰਾ, ਔਰ ਮਹਾਰਾਜ ਨੇ ਬੜੇ ਜ਼ੋਰ ਦੇ ਨਾਲ ਤੀਰ ਮਾਰਿਆ ਹੈ, ਛੱਡਿਆ ਹੈ ਹਵਾ ਦੇ ਵਿੱਚ। ਲਗਿਓ ਸ਼ੂਕ ਕੈਸੇ ਬਰਿਓ ਨਾਗ ਜੈਸੇ, ਜਾ ਕੇ ਦੁਸ਼ਮਣ ਦੀ ਫੌਜ ਤੀਰ ਇਉਂ ਵੜਿਆ ਜਿਵੇਂ ਵਰਮੀ 'ਚ ਸੱਪ ਧੱਸ ਜਾਂਦਾ, ਸ਼ੁੰਕਾਤੇ ਮਾਰਦਾ ਹੋਇਆ। ਗਇਓ ਫਿਰ ਛਾਤੀ ਧਰਾ ਪੈ ਪਪਾਤੀ, ਕਹਿੰਦੇ ਜਿਹਦੀ ਛਾਤੀ 'ਚ ਵੱਜਾ
ਪਾਰ ਲੰਘ ਗਿਆ। ਦੁਤੀ ਜਾਏ ਭੇਦਾ ਤਿਸੈ ਅੰਗ ਛੇਦਾ। ਅੱਗੇ ਜਿਹੜਾ ਉਹ ਤੀਰ ਤੇ ਆਇਆ ਦੂਜਾ, ਉਹਨੂੰ ਵੀ, ਤੇ ਫਿਰ ਜਿਹੜਾ ਤੀਜਾ ਆਇਆ ਉਹਨੂੰ ਵੀ ਪਾਰ ਕਰ ਗਿਆ। ਪਰਿਓ ਘੁੰਮ ਜਾਈ ਤ੍ਰਿਤੀ ਫਿਰ ਘਾਈ। ਕਹਿੰਦੇ ਦੋਵਾਂ ਨੂੰ ਮਾਰ ਕੇ ਤੀਜੇ ਨੂੰ ਵੱਜਾ ਤੀਰ। ਪਟੰਗ ਚੌਥ ਲਾਗੇ ਤਬੈ ਪ੍ਰਾਨ ਤਿਆਗੇ। ਚੌਥੇ ਨੂੰ ਲੱਗਿਆ ਤੇ ਚੌਥਾ ਵੀ ਪਾਰ ਬੋਲਿਆ ਇੱਕੋ ਤੀਰ ਨਾਲ। ਤੁਨੰ ਪੰਚ ਬੀਦਾ ਗੜਿਓ ਜਾਏ ਸੀਦਾ। ਉਹ ਪੰਜਵੇਂ ਨੂੰ ਬੰਨ ਕੇ ਛੇਵੇਂ ਨੂੰ ਜਾ ਵੱਜਾ। ਧਰਿਓ ਤੀਰ ਦੂਵਾ ਮਹਾ ਕੁਪ ਹੂਵਾ। ਇਹਨੇ ਨੂੰ ਮਹਾਰਾਜ ਨੇ ਦੂਜਾ ਤੀਰ ਕਮਾਨ ਚ ਕਚਲੇ ਚਾੜ ਲਿਆ। ਤਜੋ ਬੇਗ ਸੰਗਾ ਘਨੇ ਛਤਰ ਭੰਗਾ। ਉਹ ਕੰਨਾਂ ਦਾ ਹੀ ਖਿੱਚ ਕੇ ਫੇਰ ਮਾਰਿਆ, ਉਹਨੇ ਵੀ ਪੰਜਾਂ ਸੱਤਾਂ ਨੂੰ ਪਾਰ ਲੰਘਾ ਦਿੱਤਾ। ਇਸੀ ਰੀਤ ਫੇਰੇ ਪ੍ਰਹਾਰੇ ਕਨੇਰੇ। ਇਸ ਤਰ੍ਹਾਂ ਗੁਰੂ ਜੀ ਲਗਾਤਾਰ ਫਿਰ ਤੀਰਾਂ ਦੀ ਵਰਖਾ ਕਰਨ ਲੱਗੇ। ਗਿਰੇ ਗਿਰੇ ਖਾਨ ਮਾਨੀ ਦੇ ਪ੍ਰਾਨ ਹਾਨੀ। ਬੜੇ ਬੜੇ ਹੰਕਾਰੀ ਖਾਨ ਦੜਾਦੜ ਧਰਤੀ ਤੇ ਡਿੱਗਣ ਲੱਗੇ ਤੇ ਪ੍ਰਾਣ ਪੰਖੇਰੂ ਉਹਨਾਂ ਦੇ ਉੱਡਣ ਲੱਗੇ। ਲਗੇ ਬਨ ਜਾਏ ਘਨੇ ਛਤਰ ਘਾਏ। ਜਿਸ ਦੇ ਸਰੀਰ ਵਿੱਚ ਮਹਾਰਾਜ ਦਾ ਤੀਰ ਵੱਜਦਾ ਹੈ ਪਾਰ ਬੋਲਦਾ ਹੈ, ਤੇ ਇੱਕ ਇੱਕ ਤੀਰ ਸੱਤਾਂ ਸੱਤਾਂ ਚੋਂ ਅੱਠਾਂ ਅੱਠਾਂ ਚੋਂ ਦਸਾਂ ਦਸਾਂ ਚੋਂ ਪਾਰ ਲੰਘਣ ਲੱਗਾ ਹੈ। ਭਰੇ ਜੋ ਨੇ ਖੰਗਿਆ ਚਲਾਏ ਖਤੰਗਾ। ਮਹਾਰਾਜ ਦੇ ਤੀਰ ਪੱਥੇ ਭਰੇ ਪਏ ਸਨ, ਜਿਹੜੇ ਤੀਰਾਂ ਦੇ ਨਾਲ ਉਹ ਮਹਾਰਾਜ ਖਾਲੀ ਕਰੀ ਜਾਂਦੇ ਆ, ਨਾਲ ਦੀ ਨਾਲ ਤੀਰ ਚਲਾਈ ਜਾਂਦੇ ਆ। ਇਕੰ ਦੋਏ ਤੀਨੋਂ ਕਰੈ ਪ੍ਰਾਨਹੀਨੋ। ਇੱਕ ਤੀਰ ਚੱਲਦਾ ਦੋਵਾਂ ਤਿੰਨਾਂ ਚਾਰਾਂ ਪੰਜਾਂ ਸੱਤਾਂ ਨੂੰ ਮਾਰ ਦਿੰਦਾ ਹੈ। ਬੜੇ ਬੇਗ ਵਾਰੇ ਲਗੈ ਫੋਰ ਪਾਰੇ। ਬੜੇ ਤੇਜ਼ ਰਫ਼ਤਾਰ ਵਾਲੇ ਤੀਰ ਹਨ। ਮਹਾਰਾਜ ਸਾਹਿਬ ਜੀ ਕੰਨਾਂ ਦਾ ਹੀ ਖਿੱਚ ਕੇ ਮਾਰਦੇ ਪੂਰੇ ਜ਼ੋਰ ਦੇ ਨਾਲ। ਧਵਾਵੇ ਧੁਰੰਗਾ ਪ੍ਰਹਾਰੈ ਖਤੰਗਾ। ਔਰ ਘੋੜੇ ਦੜਾ ਦੜਾ ਕੇ ਮਹਾਰਾਜ ਦੁਸ਼ਮਣ ਦੇ ਤੀਰਾਂ ਦੀ ਵਰਖਾ ਕਰਦੇ। ਚਲਾਵੇ ਤੁਫੰਗਾ ਪਟੰਗ ਅੰਗ ਭੰਗਾ। ਗੋਲੀ ਵੀ ਚੱਲ ਰਹੀ ਹੈ ਤੇ ਤੀਰ ਵੀ ਚੱਲ ਰਹੇ ਨੇ ਤੇ ਸੂਰਮਿਆਂ ਦੇ ਅੰਗ ਭੰਗ ਹੋ ਰਹੇ ਨੇ। ਬੜੇ ਘਾਵ ਸੰਗਾ ਲਹੂ ਲਾਲ ਰੰਗਾ। ਬੜੇ ਜ਼ਖਮ ਸੂਰਮਿਆਂ ਨੂੰ ਲੱਗ ਗਏ ਨੇ ਤੇ ਕੱਪੜੇ ਲਹੂ ਨਾਲ ਲਾਲ ਸੁਰਖ ਹੋ ਗਏ ਨੇ। ਬਨੈ ਬੇਸ ਚੰਗਾ ਮਚੋ ਭੀਮ ਚੰਗਾ। ਕਹਿੰਦੇ ਬੜਾ ਸੋਹਣਾ ਰੂਪ ਬਣ ਗਿਆ ਸੂਰਮਿਆਂ ਦਾ। ਫੁੱਲ ਖਿੜੇ ਜਨ ਬਾਗੀ ਬਾਣੇ ਜੋਧਿਆਂ। ਚੰਡੀ ਦੀ ਵਾਰ ਚ ਮਹਾਰਾਜ ਨੇ ਲਿਖਿਆ, ਜੋਧਿਆਂ ਦੇ ਬਾਣੇ ਇਉਂ ਹੋ ਗਏ ਨੇ ਜਿਵੇਂ ਬਾਗ ਵਿੱਚ ਲਾਲ ਰੰਗ ਦੇ ਫੁੱਲ ਖਿੜੇ ਹੋਣ। ਹਾਂਜੀ, ਦੋਹਰਾ ਕਹਿ ਲਗ ਬਰਨੋ ਜੁਧ ਕੋ। ਕਵਿਰਾਜ ਭਾਈ ਸੰਤੋਖ ਸਿੰਘ ਸਾਹਿਬ ਜੀ ਲਿਖਦੇ ਨੇ, ਮੈਂ ਕਿੱਥੋਂ ਤੱਕ ਵਰਣਨ ਕਰਾਂ ਇਸ ਯੁੱਧ ਦਾ। ਭਇਓ ਮਹਾ ਕਮਸਾਨ। ਇਹ ਬੜਾ ਵੱਡਾ ਕਮਸਾਨ ਦਾ ਯੁੱਧ ਹੋਇਆ ਬਿਆਸਾ ਦਰਿਆ ਦੇ ਕੰਢੇ ਤੇ, ਸ੍ਰੀ ਹਰਗੋਬਿੰਦਪੁਰ ਦੀ ਧਰਤੀ ਤੇ। ਪ੍ਰਥਮ ਤਫੰਗਨ ਤੇ ਮਰੇ। ਪਹਿਲਾਂ ਗੋਲੀਆਂ ਨਾਲ ਦੁਸ਼ਮਣਾਂ ਨੂੰ ਮਾਰਿਆ ਹੈ, ਤੁਰਕਨ ਕੋ ਅਵਸਾਨ। ਤੇ ਦੂਜੇ ਫਿਰ ਤੀਰਾਂ ਨਾਲ। ਕਹਿੰਦੇ ਭੂਲ ਗਏ ਸੁਰ ਕੇ ਅਵਸਾਨ, ਗੁਮਾਨ ਨ ਸੁਰਣਤ ਬਿੰਦ ਗਇਓ ਹੈ। ਕਹਿੰਦੇ ਤੁਰਕਾਂ ਨੂੰ ਆਪਣੇ ਆਪ ਦਾ ਹੀ ਨਹੀਂ ਪਤਾ ਰਿਹਾ, ਸੁੱਧ ਬੁੱਧ ਹੀ ਭੁੱਲ ਗਈ। ਧੀਰਜ ਬੁੱਧ ਵਿਵੇਕ ਬਲ ਗਤਮੇ ਤੇ ਅਵਸਰ ਬਾਤ, ਸਿੰਘਨ ਬਲ ਤੇ ਤੁਰਕਨ ਕੀ ਭੂਲ ਗਈ ਸੁਧ ਸਾਤ। ਸੱਤ ਸੁਧਾਂ ਹੁੰਦੀਆਂ ਨੇ। ਪੰਜਾਬੀ ਦਾ ਮੁਹਾਵਰਾ ਹੈ ਕਿ ਫਲਾਣੇ ਦੀਆਂ ਸੱਤੇ ਸੁਧਾਂ ਭੁੱਲ ਗਈਆਂ। ਕਹਿੰਦੇ ਸਿੱਖਾਂ ਨੇ ਗੁਰੂ ਨੇ ਇਹੋ ਜਿਹੀ ਮਾਰ ਮਾਰੀ ਮੁਗਲਾਂ ਨੂੰ ਸੱਤੇ ਸੁਧਾਂ ਭੁੱਲ ਗਈਆਂ। ਹਾਂਜੀ, ਬਾਦੜੀ ਛੰਦ ਗੁਲਕਾਨ ਮਾਰ ਮਾਰ ਕਰ ਪ੍ਰਾਨ ਹਾਨ। ਗੋਲੀਆਂ ਮਾਰ ਮਾਰ ਕੇ ਲੰਮੇ ਪਾ ਦਿੱਤੇ। ਰਣ ਖੇਤ ਵਿਖੇ ਸੁਪਤੇ ਮਹਾਨ। ਕਹਿੰਦੇ ਮੈਦਾਨੇ ਜੰਗ 'ਚ ਸੁਸਰੀ ਤਰ੍ਹਾਂ ਸੌਂ ਗਏ ਨੇ। ਪੁਨ ਬਾਨ ਸੰਗ ਭਾ ਭੀਮ ਜੰਗ। ਫਿਰ ਤੀਰਾਂ ਦੀ ਵਰਖਾ ਕੀਤੀ ਹੈ। ਤੀਰਾਂ ਦੇ ਨਾਲ ਬੜਾ ਭਿਆਨਕ ਯੁੱਧ ਗੁਰੂ ਜੀ ਨੇ ਲੜਿਆ ਹੈ। ਤਬ ਭਏ ਤੁਰਕ ਗਨ ਪ੍ਰਾਨ ਭੰਗ। ਬੜੇ ਬੜੇ ਤੁਰਕ ਮੁਗਲ ਪਠਾਨ ਖਾਨ ਮਾਰ ਦਿੱਤੇ ਹਨ। ਖਰ ਸੇਲ ਸਖਤ ਤੋਮਰ ਪ੍ਰਹਾਰ। ਸੇਲੇ ਸ਼ਕਤੀਆਂ ਯਾਨੀ ਬਰਛੀਆਂ, ਤੋਮਰ ਯਾਨੀ ਬਰਛੇ ਮੈਦਾਨੇ ਜੰਗ ਵਿੱਚ ਚੱਲ ਰਹੇ ਨੇ। ਇਨ ਸਾਥ ਘਨੇ ਰਣ ਤੁਰਕ ਮਾਰ। ਬਰਛਿਆਂ ਨਾਲ ਤੁਰਕਾਂ ਨੂੰ ਮਾਰਿਆ ਹੈ ਸਿੱਖਾਂ ਨੇ। ਪੁਨ ਚਲੇ ਖੜਗੇ ਇੱਕ ਬਾਰ ਬ੍ਰਿੰਦ। ਫਿਰ ਤਲਵਾਰਾਂ ਚਲੀਆਂ ਨੇ, ਕਟਾ ਕੱਟ ਛਟਾ ਫਟ ਚੱਲ ਰਹੀਆਂ ਤੇਗਾਂ। ਕਟ ਗਏ ਬਹੁਤ ਛਿਨ ਮੈਨ ਕੰਦ। ਕਹਿੰਦੇ ਪਟਾ ਪਟ ਕਲਪਾਲੋ ਪਾਲੋ ਪਲੀ ਦੇ ਵਿੱਚ ਬੜੇ ਬੜੇ ਸੂਰਮੇ ਮੈਦਾਨੇ ਜੰਗ 'ਚ ਕੱਟ ਵੱਢ ਕੇ ਮਰ ਗਏ ਨੇ। ਰਣ ਖੇਤ ਦੂਰ ਲਗ ਭਾ ਮਹਾਨ। ਸ੍ਰੀ ਹਰਗੋਬਿੰਦਪੁਰ ਦੀ ਧਰਤੀ ਲਹੂ ਨਾਲ ਲਾਲ ਹੈ। ਮੈਦਾਨੇ ਜੰਗ ਦੂਰ ਦੂਰ ਤੱਕ ਯੁੱਧ ਹੋ ਰਿਹਾ ਹੈ। ਜਹ ਕਰ ਹੈ ਜੋਗਨੀ ਸ਼੍ਰੋਣ ਪਾਨ। ਮੁਰਦਿਆਂ ਦਾ ਖੂਨ ਪੀਂਦੀਆਂ ਕਲਯੋਗਣਾ ਕਲਕਾਰੀਆਂ ਮਾਰਦੀਆਂ ਨੇ। ਖੱਪਰ ਪਰੰਤ ਬਹੁ ਬਾਰ ਬਾਰ। ਖੱਪਰ ਭਰ ਭਰ ਕੇ ਬਾਰ ਬਾਰ ਲਹੂ ਪੀਂਦੀਆਂ ਨੇ। ਬਾ ਤ੍ਰਿਪਤ ਬਹੁਤ ਲੇਤੀ ਡਕਾਰ। ਹਰ ਕਲਯੋਗਣਾ ਲਹੂ ਪੀ ਕੇ ਡਕਾਰ ਮਾਰਦੀਆਂ ਨੇ, ਖੁਸ਼ੀ ਮਨਾਉਂਦੀਆਂ ਨੇ। ਬਹੁ ਗ੍ਰਿਜ ਕੰਕ ਬਾ ਇਸ ਪ੍ਰਕ ਪੁਕਾਰ। ਗਿੱਧਾਂ ਤੇ ਚਿੱਟੀਆਂ ਚੀਲਾਂ ਤੇ ਕਾਲੇ ਕਾਂ ਚੀਕ ਝਾੜਾ ਪਾ ਰਹੇ ਨੇ, ਕਾਵਾਂ ਰੌਲੀ ਪਾ ਰਹੇ ਨੇ। ਮਨ ਭਾਏ ਖਾਏ ਆ ਮਿਖ ਆਹਾਰ। ਜਿੰਨਾ ਜੀ ਕਰਦਾ ਉਹਨਾਂ ਮਾਸ ਖਾਂਦੀਆਂ।
ਗਿੱਧਾਂ ਵੀ, ਇੱਲਾਂ ਵੀ, ਕਾਵਾਂ ਵੀ, ਭੂਤਾਂ, ਇੱਲਾਂ, ਕਾਗੀ, ਗੋਸਤ ਭਖਿਆ, ਉਮੜ ਧੁੰਮੜ ਜਾਗੀ ਕੱਤੀ ਸੂਰਿਆਂ। ਚੰਡੀ ਦੀ ਵਾਰ ਕਹਿੰਦੇ ਭੂਤਾਂ ਨੇ, ਇੱਲਾਂ ਨੇ, ਕਾਵਾਂ ਨੇ, ਗੋਸਤ ਮਾਸ ਨੂੰ ਕਹਿੰਦੇ, ਗੋਸਤ ਖਾਧਾ ਹੈ। ਤੇ ਫੁੱਲ ਖਿੜੇ ਜਨ ਬਾਗੀ ਬਾਣੇ ਯੋਧਿਆਂ, ਜਿਵੇਂ ਬਾਗ ਵਿੱਚ ਫੁੱਲ ਖਿੜੇ ਇਉਂ ਯੋਧਿਆਂ ਦੇ ਬਾਣੇ ਹੋ ਗਏ। ਇਹੋ ਜਿਹਾ ਮੈਦਾਨੇ ਜੰਗ ਦਾ ਨਕਸ਼ਾ ਹੈ ਜੀ। ਗਨ ਮਿਲੇ ਆਨ ਨਿਰਭੈ ਗੁਮਾ, ਕਹਿੰਦੇ ਗਿੱਦੜ ਆ ਕੇ ਇਕੱਠੇ ਹੋ ਕੇ ਮੁਰਦਿਆਂ ਦਾ ਮਾਸ ਖਾਣ ਲੱਗੇ ਨੇ। ਲਖ ਸੰਜ ਬੋਲ ਤੇ ਧੁਨ ਉਚਾ, ਸ਼ਾਮ ਹੋ ਗਈ ਹੈ ਤੇ ਗਿੱਦੜਾਂ ਨੂੰ ਕੂਕਣੀ ਆ ਗਈ ਹੈ। ਗਿੱਦੜ ਦੀ ਇੱਕ ਆਦਤ ਹੁੰਦੀ ਹੈ ਕੂਕਣ ਦੀ, ਉਹ ਆਦਤ ਨਹੀਂ ਕਹਿੰਦੇ ਗਿੱਦੜ ਛੱਡ ਸਕਦਾ। ਇੱਕ ਕਹਾਣੀ ਹੈ, ਕਹਿੰਦੇ ਗਿੱਦੜ ਦੀ ਤੇ ਊਂਠ ਦੀ ਯਾਰੀ ਪੈ ਗਈ। ਤੇ ਗਿੱਦੜ ਕਹਿਣ ਲੱਗਾ ਊਂਠ ਨੂੰ, ਮਾਮਾ ਕਹਿੰਦਾ ਪਰਲੇ ਪਾਸੇ ਨਾ ਨਦੀ ਦੇ ਖਖੜੀਆਂ ਦਾ, ਖਰਬੂਜਿਆਂ ਦਾ ਬੜਾ ਵਧੀਆ ਖੇਤ ਹੈ, ਤੇ ਜੇ ਆਪਾਂ ਉਧਰ ਚੱਲੀਏ ਤੇ ਬੜੀ ਮੌਜ ਹੈ। ਤੇ ਊਂਠ ਕਹਿੰਦਾ ਵੀ ਚਲੋ ਚਲੇ ਚੱਲਦੇ ਆ। ਗਿੱਦੜ ਕਹਿੰਦਾ ਨਦੀ ਤੋਂ ਪਾਰ ਮਾਮਾ ਤੂੰ ਲੈ ਕੇ ਜਾਣਾ। ਉਹ ਕਹਿੰਦਾ ਠੀਕ ਹੈ, ਤੂੰ ਮੇਰੀ ਪਿੱਠ ਤੇ ਬਹਿ ਜਾ, ਮੈਂ ਤੈਨੂੰ ਨਦੀ ਲੈ ਜਾ, ਪਾਰ ਕਰਦੇ ਆ। ਊਂਠ ਨੇ ਨਦੀ ਪਾਰ ਕਰ ਲੈਣੀ ਸੀ, ਉੱਤੇ ਬਹਿ ਗਿਆ ਗਿੱਦੜ। ਪਰਲੇ ਪਾਸੇ ਜਾ ਕੇ ਕਹਿੰਦੇ ਖਖੜੀਆਂ ਦੇ ਖੇਤਾਂ 'ਚ ਖਰਬੂਜਿਆਂ ਦੇ ਚੰਗਾ ਉਜਾੜਾ ਪਾਇਆ। ਹੁਣ ਊਂਠ ਵੜ ਜਾਵੇ ਵੇਲਾਂ ਵਾਲੇ, ਖਖੜੀਆਂ ਖਰਬੂਜੇ ਕਿੱਥੇ ਛੱਡਦਾ, ਖਾਈ ਜੇ ਵੇਲਾਂ। ਤੇ ਗਿੱਦੜ ਨੇ ਵੀ 5-7 ਖਾ ਲਈਆਂ, ਦਾ ਢਿੱਡ ਛੋਟਾ ਜਿਹਾ ਸੀ, ਛੇਤੀ ਭਰ ਗਿਆ। ਊਂਠ ਵਿਚਾਰਾ ਹੁਣ ਮਣ ਡੇਢ ਮਣ ਖਾਏਗਾ ਤਾਂ ਹੀ ਢਿੱਡ ਭਰੇਗਾ, ਉਹ ਜੇ ਲੱਗਾ ਸੀ। ਤੇ ਗਿੱਦੜ ਕਹਿੰਦਾ ਮਾਮਾ ਮੈਨੂੰ ਤੇ ਕੂਕਣੀ ਆ ਗਈ ਹੈ। ਉਹ ਕਹਿੰਦਾ ਰੱਬ ਦੇ ਵਾਸਤੇ ਕੂਕੀ ਨਾ, ਜੇ ਤੂੰ ਕੂਕ ਪਿਆ ਜੱਟ ਦੀ ਜਾਗ ਖੁੱਲ੍ਹ ਗਈ, ਉਹਨੇ ਆਪਣੇ ਪਾਸੇ ਭੰਨ ਦੇਣੇ। ਕਹਿੰਦਾ ਨਾ ਹੁਣ ਮੇਰੇ ਤੋਂ ਰੁਕਿਆ ਨਹੀਂ ਜਾਂਦਾ, ਮੈਂ ਤੇ ਕੂਕਣਾ। ਉਹ ਹਟਿਆ ਹੀ ਨਾ, ਤੇ ਉਹ ਫਿਰ ਕੂਕ ਪਿਆ। ਜਦੋਂ ਗਿੱਦੜ ਕੂਕਿਆ ਨਾ, ਉਹ ਜਿਹੜਾ ਵਿਚਾਰਾ ਖੇਤਾਂ ਵਾਲਾ ਸੀ ਉਹਦੀ ਜਾਗ ਖੁੱਲ੍ਹ ਗਈ। ਉਹਨੇ ਡਾਂਗ ਲਿਆਂਦੀ, ਗਿੱਦੜ ਹੋਰੀ ਤੇ ਮਾਰ ਕੇ ਛਾਲ ਪਰਾਂ ਹੋ ਗਏ ਕਿਤੇ, ਤੇ ਊਂਠ ਵਿਚਾਰਾ ਉਹਦੇ ਢਾਏ ਚੜ੍ਹ ਗਿਆ। ਊਂਠ ਦੇ ਪਾਸੇ ਚੰਗੇ ਭੰਨੇ ਡਾਂਗਾ ਮਾਰ ਮਾਰ ਕੇ ਊਂਠ ਦੇ। ਤੇ ਗਿੱਦੜ ਜਦੋਂ ਬਾਹਰ ਭੱਜ ਕੇ ਬਾਹਰ ਨਿਕਲੇ, ਨਦੀ ਦੇ ਕਿਨਾਰੇ ਪਹੁੰਚੇ। ਉਹ ਗਿੱਦੜ ਕਹਿੰਦਾ ਮਾਮਾ ਸੁਣਾ ਕੀ ਹਾਲ ਹੈ? ਕਹਿੰਦਾ ਹਾਲ ਤੇ ਬਣ ਜਾ, ਤੂੰ ਬੁਰਾ ਕਰ ਛੱਡਿਆ ਮੇਰਾ, ਪਰ ਚੱਲ ਹੁਣ ਆਪਾਂ ਚੱਲੀਏ ਪਰਲੇ ਪਾਸੇ। ਉਹਨੇ ਉੱਤੇ ਬਹਾ ਲਿਆ ਤੇ ਲੈ ਕੇ ਊਂਠ ਨਦੀ 'ਚ ਵੜ ਗਿਆ। ਨਦੀ ਦੇ ਵਿਚਕਾਰ ਆ ਕੇ ਕਹਿੰਦਾ ਬਣ ਜਾ ਵੀ ਮੈਨੂੰ ਹੁਣ ਹਿੱਲਣੀ ਆ ਗਈ ਹੈ। ਊਂਠਾਂ ਨੂੰ ਹਿੱਲਣ ਦੀ ਆਦਤ ਹੁੰਦੀ ਹੈ। ਕਹਿੰਦਾ ਮੈਨੂੰ ਹਿੱਲਣੀ ਆ ਗਈ ਹੈ। ਉਹ ਕਹਿੰਦਾ ਮਾਮਾ ਇੱਥੇ ਨਾ ਹਿੱਲੀ, ਨਦੀ 'ਚ ਰੁੜ ਜਾਂਗਾ ਮੈਂ। ਕਹਿੰਦਾ ਹੁਣ ਜੋ ਮਰਜ਼ੀ ਹੋਵੇ, ਮੇਰੇ ਕੋਲ ਰੁਕਿਆ ਵੀ ਨਹੀਂ ਜਾਂਦਾ, ਮੇਰੀ ਵੀ ਵਾਰੀ ਹੈ ਹੁਣ। ਤੇ ਉਹ ਵੀ ਫਿਰ ਕਹਿੰਦੇ ਜਿਉਂ ਹਿੱਲਿਆ ਤੇ ਉਹ ਗਿੱਦੜ ਹੋਰੀ ਰੁੜ ਗਏ ਨਦੀ 'ਚ। ਸੋ ਇਸ ਤਰ੍ਹਾਂ ਇਹ ਗਿੱਦੜ ਦੀ ਆਦਤ ਹੁੰਦੀ ਹੈ ਕੂਕਣ ਦੀ, ਇਹ ਨਹੀਂ ਰੁਕ ਸਕਦਾ। ਤਾਂ ਜਦੋਂ ਸ਼ਾਮ ਦਾ ਟਾਈਮ ਹੋਇਆ, ਸ੍ਰੀ ਹਰਗੋਬਿੰਦਪੁਰ ਜੰਗ ਚੱਲ ਰਿਹਾ, ਅਬਦੁਲ ਖਾਨ ਤੇ ਗੁਰੂ ਹਰਗੋਬਿੰਦ ਸਾਹਿਬ ਆਮਣੇ ਸਾਹਮਣੇ ਨੇ ਤੇ ਗਿੱਦੜ ਕੂਕਦੇ ਨੇ। ਉਹ ਭੂਤ ਪ੍ਰੇਤ ਨਾ ਚੰਤ ਗਾਏ, ਕਹਿੰਦੇ ਭੂਤ ਪ੍ਰੇਤ ਨੱਚਦੇ ਗਾਉਂਦੇ ਨੇ, ਖੁਸ਼ੀ ਦੇ ਵਿੱਚ ਵੀ ਅੱਜ ਰੱਜਵਾਂ ਮਾਸ ਖਾਣ ਨੂੰ ਮਿਲਿਆ, ਲਹੂ ਪੀਣ ਨੂੰ ਮਿਲਿਆ। ਹੜ ਹੜ ਹਸੰਤ ਮਨ ਭਾਪਾ, ਹੜ ਹੜਾ ਕੇ ਹੱਸਦੇ ਨੇ। ਕਹਿੰਦੇ ਮਨ ਭਾਉਂਦੀਆਂ ਖੁਰਾਕਾਂ ਮਿਲ ਗਈਆਂ, ਗੁਰੂ ਨੇ ਦੇਤੀਆਂ ਸਾਨੂੰ ਅੱਜ। ਡਾਕਨ ਪਿਸ਼ਾਚ ਬਹੁ ਰੁਦਰ ਰਾਜ, ਡਾਕਣ ਕਹਿੰਦੇ ਨੇ ਡੈਣਾ ਨੂੰ। ਡੈਣਾ, ਪਿਸ਼ਾਚ, ਪ੍ਰੇਤ, ਭੂਤ, ਬੈਤਾਲ, ਜਿੰਨ, ਇਹ ਕੋਈ ਇੱਕ ਨਸਲ ਥੋੜ੍ਹਾ। ਜਿਵੇਂ ਬੰਦਿਆਂ ਦੀਆਂ 36 ਨਸਲਾਂ ਨੇ, ਪੰਜਾਬੀ, ਬੰਗਾਲੀ, ਬਿਹਾਰੀ, ਯੂਪੀ ਵਾਲੇ, ਨੇਪਾਲੀ, ਚੀਨ ਵਾਲੇ, ਪਠਾਨ, ਤੇ ਇਸੇ ਤਰ੍ਹਾਂ ਗੋਰੇ ਕਾਲੇ ਕਿੰਨੇ ਆਪਣੇ। ਇੱਦਾਂ ਇਹਨਾਂ ਦੀਆਂ ਵੀ ਸਾਧ ਸੰਗਤ ਜੀ, ਇਹ ਭੂਤਾਂ ਪ੍ਰੇਤਾਂ ਜਿੰਨਾ ਬੈਤਾਲਾਂ ਦੀਆਂ ਨਸਲਾਂ ਨੇ। ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਜ, ਇਹ ਕਈ ਨੇ। ਸੋ ਉਹ ਜਿਹੜੇ ਕਰੋੜਾਂ ਦੀ ਤਾਦਾਦ ਵਿੱਚ ਅੱਜ ਖੁਸ਼ੀ ਮਨਾ ਰਹੇ ਆ ਵੀ ਸੂਰਮਿਆਂ ਦਾ ਲਹੂ ਪੀਨੇ ਆ ਤੇ ਮਾਸ ਖਾਣੇ ਆ। ਬਹੁ ਮਾਸ ਖਾਤ ਰੁਚ ਮਾਚ ਮਾਚ, ਕਹਿੰਦੇ ਬੜੀ ਰੁਚੀ ਨਾਲ ਸਵਾਦ ਨਾਲ ਖਾਂਦੇ ਨੇ, ਡਕਾਰ ਮਾਰਦੇ ਨੇ। ਬਿਥਰੇ ਸੋ ਪਰੇ ਬਹੁ ਰੁੰਡ ਮੁੰਡ, ਥਾਂ ਥਾਂ ਤੇ ਲਾਸ਼ਾਂ ਹੀ ਖਿਲਰੀਆਂ, ਸਿਰ ਖਿਲਰੇ ਪਏ, ਲੱਤਾਂ ਬਾਹਾਂ ਖਿਲਰੀਆਂ ਪਈਆਂ, ਵੱਡੀਆਂ ਟੁਕੀਆਂ। ਇੱਕ ਗਿਰੇ ਸੂਰ ਤਨ ਖੰਡ ਖੰਡ, ਸੂਰਮੇ ਟੋਟੇ ਟੋਟੇ ਹੋ ਕੇ ਮੈਦਾਨੇ ਜੰਗ 'ਚ ਡਿੱਗੇ ਹਨ। ਗਨ ਤੁਪਕ ਤਨਖ ਤੋਂ ਮਰ ਕਿਰਪਾਨ, ਬਹੁਤ ਸਾਰੇ ਧਨੁਸ਼, ਪਰਛੇ, ਕਿਰਪਾਨਾਂ। ਬਹੁ ਪਰੇ ਖੇਤ ਮਹਿ ਮੁਨ ਮਹਾਨ, ਖੰਡੇ, ਤੇਗੇ, ਢਾਲੇ, ਬੰਦੂਕਾਂ, ਉਹ ਵੀ ਮੈਦਾਨੇ ਜੰਗ 'ਚ ਸ਼ਸਤਰ ਵੀ ਉੱਦਾਂ ਹੀ ਪਏ ਡਿੱਗੇ। ਘੋੜੇ ਮਰੇ ਪਏ
ਤੇ ਸਾਧ ਸੰਗਤ ਜੀ ਸ਼ਸਤਰ ਖਿਲਰੇ ਪਏ, ਲਾਸ਼ਾਂ ਵੱਡੀਆਂ ਟੁਕੀਆਂ ਰੁਲ ਰਹੀਆਂ ਨੇ। ਮਰ ਗਏ ਵੀਰ ਜੇ ਧਰਨਹਾਰ। ਕਹਿੰਦੇ ਜਿਹੜੇ ਉਹਨਾਂ ਸ਼ਸਤਰਾਂ ਨੂੰ ਚਲਾਉਣ ਵਾਲੇ ਸੂਰਮੇ ਸੀ, ਜਿਨ੍ਹਾਂ ਨੇ ਉਹ ਸ਼ਸਤਰ ਬੜੀਆਂ ਰੀਝਾਂ ਨਾਲ ਆਪਣੇ ਕਮਰ ਕਸੇ ਸਜਾਏ ਹੋਏ ਸੀ, ਉਹਨਾਂ ਨੂੰ ਸਾਂਭਣ ਵਾਲੇ, ਉਹਨਾਂ ਸ਼ਸਤਰਾਂ ਨੂੰ ਚਲਾਉਣ ਵਾਲੇ ਹੀ ਚਲੇ ਗਏ ਨੇ। ਹੁਣ ਇਹਨਾਂ ਸ਼ਸਤਰਾਂ ਨੂੰ ਕੌਣ ਸਾਂਭੇਗਾ? ਕੁਛ ਰਹੇ ਆਣ ਥੋੜੇ ਜੁਝਾਰ। ਥੋੜੇ ਜਿਹੇ ਯੋਧੇ ਰਹਿ ਗਏ ਨੇ ਦੋਵਾਂ ਪਾਸਿਆਂ ਤੋਂ। ਇਧਰੋਂ ਗੁਰੂ ਕੇ ਸਿੱਖ ਵੀ ਬਹੁਤ ਸ਼ਹੀਦ ਹੋਏ ਸੀ, ਉਧਰੋਂ ਅਬਦੁਲ ਖਾਨ ਦੀ ਫੌਜ ਲਗਭਗ ਸਾਰੀ ਮਰ ਗਈ, ਥੋੜੀ ਜਿਹੀ ਰਹਿ ਗਈ। ਹਾਂਜੀ, ਹੈ ਮਰੇ ਪਰੇ ਜਹ ਕਹਿ ਬਿਲੰਦ। ਥਾਂ ਥਾਂ ਤੇ ਸ੍ਰੀ ਹਰਗੋਬਿੰਦਪੁਰ ਦੀ ਧਰਤੀ ਤੇ ਘੋੜੇ ਮਰੇ ਪਏ ਨੇ, ਕੋ ਤਰਫ ਤਰਫ ਹੋ ਵਤਨ ਕੰਦ। ਤੇ ਕੋਈ ਤੜਫ ਤੜਫ ਕੇ ਮਰ ਰਹੇ ਨੇ। ਕਈਆਂ ਦੀ ਜਾਨ ਨਿਕਲ ਚੁੱਕੀ ਹੈ ਤੇ ਕਈ ਹਾਏ ਹਾਏ ਕਰਦੇ ਜਵਾਨ ਤੇ ਘੋੜੇ ਉਹ ਕਹਿੰਦੇ ਮੌਤ ਨੂੰ ਉਡੀਕ ਰਹੇ ਨੇ। ਜਿਨ ਜ਼ੀਨ ਰਜਤ ਅਰ ਹੇਮ ਕੇਰ। ਇਹੋ ਜਿਹੇ ਘੋੜੇ ਵੀ ਨੇ ਜਿਨ੍ਹਾਂ ਦੀਆਂ ਕਾਠੀਆਂ ਸੋਨੇ ਦੀਆਂ, ਵੱਡੇ ਵੱਡੇ ਅਫਸਰਾਂ ਦੀਆਂ ਕਾਠੀਆਂ, ਅਮੀਰੀ ਦਾ ਠਾਠ। ਉਹ ਕਹਿੰਦੇ ਘੋੜੇ ਉੱਤੇ ਕਾਠੀ ਵੀ ਚੰਗੀ ਪਾਈ ਹੁੰਦੀ, ਕੋਈ ਸੋਨੇ ਦੀ ਕੋਈ ਚਾਂਦੀ ਦੀ। ਕੋ ਬਿਚਰਤ ਛੂਛੇ ਹੇਰ ਹੇਰ। ਤੇ ਕਈ ਘੋੜਿਆਂ ਦੇ ਉੱਤੋਂ ਸਵਾਰ ਮਰ ਗਏ ਨੇ, ਘੋੜੇ ਖਾਲੀ ਦੌੜੇ ਫਿਰਦੇ ਨੇ, ਥੱਲੇ ਲਾਸ਼ਾਂ ਨੂੰ ਉਹੀ ਪੈਰਾਂ ਥੱਲੇ ਦਰੜੀ ਜਾਂਦੇ ਨੇ ਘੋੜੇ। ਭਟ ਪਰੇ ਕਿਤਕ ਘਾਇਲ ਮਹਾਨ। ਤੇ ਕਈ ਸੂਰਮੇ ਮਰੇ ਨਹੀਂ ਪਰ ਜ਼ਖਮੀ ਹੋ ਕੇ ਥੱਲੇ ਧਰਤੀ ਤੇ ਲਿਟ ਰਹੇ ਨੇ। ਦਰੜੰਤ ਸਭਨ ਦੇ ਪ੍ਰਾਨਹਾਨ। ਘੋੜੇ ਉੱਤੋਂ ਦੀ ਉਹਨਾਂ ਨੂੰ ਦਰੜ ਦਰੜ ਕੇ ਲੰਘੀ ਜਾਂਦੇ ਨੇ। ਕਿਸ ਕੀ ਸੰਭਾਰ ਨਹਿ ਕੋਈ ਲੇਤ। ਕਹਿੰਦੇ ਕੋਈ ਕਿਸੇ ਦੀ ਸੰਭਾਲ ਕਰਨ ਵਾਲਾ ਨਹੀਂ, ਕੋਈ ਕਿਸੇ ਦਾ ਹਾਲ ਪੁੱਛਣ ਵਾਲਾ ਨਹੀਂ, ਕੋਈ ਕਿਸੇ ਦੀ ਬਾਤ ਨਹੀਂ ਪੁੱਛਦਾ। ਇਹੋ ਜਿਹਾ ਸਮਾਂ ਬਣ ਗਿਆ ਵੀ ਮਾਂ ਪੁੱਤ ਨਹੀਂ ਪਛਾਣਦੀ। ਬਹੁ ਮਰੇ ਅਲਪ ਰਹਿ ਗਏ ਸੁਖੇਤ। ਕਹਿੰਦੇ ਬਹੁਤੇ ਮਰ ਗਏ, ਥੋੜੇ ਜਿਹੇ ਖੇਤ ਵਿੱਚ ਰਹਿ ਗਏ। ਤਿਸ ਕਾਲ ਮਾਰ ਭੀ ਕੁਛ ਕ ਐਸ। ਇਹੋ ਜੀ ਮਾਰ ਮੱਚੀ ਉਸ ਵੇਲੇ। ਮਰ ਗਏ ਤੁਰਕ ਲਿਖੀਤ ਨਾ ਕੈਸ। ਕਵੀ ਜੀ ਕਹਿੰਦੇ ਉਹ ਤੁਰਕ ਕਿੰਨੇ ਕੁ ਮਾਰੇ ਗਏ, ਕਿੰਨੇ ਕੁ ਕਿਵੇਂ ਮਾਰੇ ਗਏ, ਕਹਿੰਦੇ ਲਿਖੇ ਨਹੀਂ ਜਾ ਸਕਦੇ। ਕੁਛ ਰਹੇ ਸ਼ੇਸ਼ ਤਜ ਜੀਨ ਆਸ। ਜਿਹੜੇ ਕੁਝ ਬਾਕੀ ਬਚੇ ਨੇ ਉਹ ਵੀ ਜੀਣ ਦੀ ਆਸ ਛੱਡ ਕੇ ਲੜ ਰਹੇ ਨੇ ਵੀ ਅਸੀਂ ਹੁਣ ਮਰ ਜਾਣਾ ਜਾਂ ਮਾਰ ਦੇਣਾ। ਕਾਇਰ ਭਜੰਤ ਧਰ ਅਧਿਕ ਤਰਾਸ। ਜਿਹੜੇ ਬੁੱਝਦੇ ਸਨ ਕਾਇਰ ਸਨ ਦੌੜਨ ਲੱਗੇ ਨੇ, ਜਿਹੜੇ ਮਰਦ ਮੈਦਾਨ ਸਨ ਉਹ ਜੂਝਣ ਲੱਗੇ ਨੇ। ਵਿਖ ਅਬਦੁਲ ਖਾਂ ਬਿਸਮਯੋ ਵਿਸ਼ੇਸ਼। ਅਬਦੁਲ ਖਾਂ ਆਪਣੀ ਫੌਜ ਦਾ ਇਹ ਹਾਲ ਵੇਖ ਕੇ ਬੜਾ ਹੈਰਾਨ, ਬਹੁਤ ਜ਼ਿਆਦਾ ਹੱਕਾ ਬੱਕਾ ਰਹਿ ਗਿਆ। ਇੰਨੀ ਫੌਜ ਮੇਰੀ ਗੁਰੂ ਨੇ ਥੋੜੇ ਸਮੇਂ ਦੀ ਨਿਬੇੜ ਦਿੱਤੀ ਹੈ। ਕਿਮ ਮਰੀ ਸੈਨ ਰਹਿ ਅਲਪ ਸ਼ੇਸ਼। ਇਹ ਗੁਰੂ ਨੇ ਇੰਨੀ ਫੌਜ ਮਾਰ ਦਿੱਤੀ ਹੈ। ਰਣ ਵਿਖੇ ਜੀਤ ਅਰ ਜੀਨ ਆਸ। ਮੈਦਾਨੇ ਜੰਗ ਦੇ ਵਿੱਚ ਜਿੱਤ ਦੀ ਆਸ ਵੀ ਅਬਦੁਲ ਖਾਨ ਦੀ ਗਈ ਤੇ ਜੀਣ ਦੀ ਆਸ ਵੀ ਗਈ। ਹੋਏ ਗੋ ਨਿਰਾਸ ਪਿਖ ਸਕਲ ਨਾਸ਼। ਕਹਿੰਦੇ ਵੇਖ ਕੇ ਆਪਣੀ ਫੌਜ ਦਾ ਹਾਲ ਦਿਲ ਢਹਿ ਗਿਆ ਅਬਦੁਲ ਖਾਨ ਦਾ ਵੀ ਹੁਣ ਮੇਰੀ ਮੌਤ ਹੀ ਹੋਵੇਗੀ ਜਾਂ ਮੈਂ ਮਰਾਂਗਾ, ਪਰ ਹੋਰ ਕੋਈ ਰਾਹ ਨਹੀਂ, ਭੱਜ ਕੇ ਮੈਂ ਜਾਣਾ ਨਹੀਂ ਕਿਉਂਕਿ ਮੇਰੇ 2 ਪੁੱਤਰ ਇੱਥੇ ਮਾਰੇ ਗਏ ਨੇ। ਅਬ ਮਰੋ ਜੰਗ ਕੇ ਸਮੁਖ ਹੋਏ। ਹੁਣ ਮੈਂ ਜੰਗ ਦੇ ਸਾਹਮਣੇ ਮੱਥੇ ਮਰਾਂਗਾ, ਜਿੱਥੇ ਮੇਰੇ ਪੁੱਤਰ ਮਰੇ ਨੇ ਉੱਥੇ ਮੈਂ ਵੀ ਮਰਾਂਗਾ। ਕਹਿ ਹਤੋਂ ਗੁਰੂ ਨਿਜ ਦ੍ਰਿਸ਼ਟ ਜੋਏ। ਜਾਂ ਆਪਣੇ ਵੈਰੀ, ਆਪਣੇ ਦੁਸ਼ਮਣ, ਆਪਣੇ ਪੁੱਤਰਾਂ ਦੇ ਕਾਤਲ ਗੁਰੂ ਹਰਗੋਬਿੰਦ ਨੂੰ ਮਾਰਾਂਗਾ। ਨਹਿ ਥਿਰੋਂ ਦੂਰ ਅਬ ਲਿਓ ਦੇਖ। ਮੈਂ ਹੁਣ ਦੂਰ ਨਹੀਂ ਰਹਿਣਾ, ਹੁਣ ਗੁਰੂ ਦੇ ਨੇੜੇ ਚੱਲਾਂ। ਕਿ ਮਹਤ ਹੈ ਸ਼ਸਤਰ ਗੁਰ ਭਾਵ ਸ਼ੇਖ। ਚੱਲ ਕੇ ਦੇਖੀਏ ਗੁਰੂ ਹਰਗੋਬਿੰਦ ਸਾਹਿਬ ਦੀ ਬੜੀ ਦੁਨੀਆ 'ਚ ਮਸ਼ਹੂਰੀ ਹੈ। ਕਹਿੰਦੇ ਗੁਰੂ ਬੜਾ ਮਹਾ ਯੋਧਾ ਹੈ, ਦੇਖੀਏ ਤੇ ਸਹੀ ਕਿਵੇਂ ਸ਼ਸਤਰ ਚਲਾਉਂਦਾ ਹੈ। ਤੇ ਸੰਗ ਜੁਟੋ ਮੈਂ ਆਪ ਜਾਏ। ਮਨ 'ਚ ਇਰਾਦਾ ਕਰ ਲਿਆ ਵੀ ਮੈਂ ਜੁਟਾਂਗਾ ਗੁਰੂ ਦੇ ਸਾਹਮਣੇ। ਬੜਾ ਯੋਧਾ ਸੀ ਅਬਦੁਲ ਖਾਨ, ਸੂਬਾ ਜਲੰਧਰ, ਬੜਾ ਲੜਾਕਾ ਸੀ, ਜੰਗਾਂ ਦਾ ਮਾਹਰ ਸੀ, ਜੰਗਾਂ ਦਾ ਜੇਤੂ ਸੀ। ਕਹਿਣ ਲੱਗਾ ਮੈਂ ਆਪ ਗੁਰੂ ਨਾਲ 2 ਹੱਥ ਕਰਾਂਗਾ, ਦੇਖਾਂਗਾ ਗੁਰੂ ਦੇ ਕੋਲ ਕਿੰਨੀ ਕੁ ਸ਼ਸਤਰ ਵਿਦਿਆ ਹੈ। ਉਹ ਲੜੇ ਬਿਨਾ ਨਹਿ ਕੋ ਉਪਾਏ। ਹੁਣ ਮੇਰੇ ਲੜਨ ਤੋਂ ਬਿਨਾ ਹੋਰ ਕੋਈ ਚਾਰਾ ਵੀ ਨਹੀਂ ਮੇਰੇ ਕੋਲ। ਗੁਰ ਹਾਥ ਸਾਥ ਮਰ ਹੋ ਲਰੰਤ। ਜਾਂ ਫਿਰ ਗੁਰੂ ਨਾਲ ਲੜਦਾ ਗੁਰੂ ਦੇ ਹੱਥੋਂ ਮਾਰਿਆ ਜਾਵਾਂਗਾ, ਕਹਿ ਲਿਓ ਮਾਰ ਰਣ ਹੋਏ ਅੰਤ। ਜਾਂ ਗੁਰੂ ਨੂੰ ਮਾਰ ਕੇ ਜੰਗ ਜਿੱਤ ਲਵਾਂਗਾ। ਇਸ ਬਿਦ ਵਿਚਾਰ ਮਨ ਕਸ਼ਟ ਪਾਏ। ਇਸ ਤਰ੍ਹਾਂ ਵਿਚਾਰ ਕੇ ਮਨ 'ਚ ਬੜਾ ਦੁਖੀ ਹੋ ਕੇ ਹਿਤ ਮਰਨ ਚਲਿਓ ਸੂਬਾ ਗਾਏ। ਸੂਬਾ ਜਲੰਧਰ ਦਾ ਅਬਦੁਲ ਖਾਨ ਮਰਨ ਚੱਲਿਆ ਹੈ। ਜੁਗ ਸੰਗ ਲੀਨ ਖਤਰੀ ਬੁਲੰਦ। ਦੋਵੇਂ ਵੱਡੇ ਯੋਧੇ
ਕਹਿੰਦੇ ਰਤਨ ਚੰਦ ਤੇ ਕਰਮ ਚੰਦ ਖੱਤਰੀਆਂ ਨੂੰ ਨਾਲ ਲੈ ਲਿਆ। ਇੱਕ ਕਰਮ ਚੰਦ ਅਰ ਰਤਨ ਚੰਦ। ਕਰਮ ਚੰਦ ਚੰਦੂ ਦਾ ਪੁੱਤਰ ਹੈ, ਰਤਨ ਚੰਦ ਭਗਵਾਨ ਦਾਸ ਘੇੜ ਦਾ ਪੁੱਤਰ ਹੈ। ਕਰ ਬਾਮ ਦਾਹਿਨੇ ਚੋਹਨ ਬੀ। ਸੱਜੇ ਖੱਬੇ ਦੋਵਾਂ ਨੂੰ ਕਰ ਲਿਆ। ਇੱਕ ਪਾਸੇ ਕਰਮ ਚੰਦ ਨੂੰ ਕਿਹਾ ਤੂੰ ਮੇਰੇ ਨਾਲ ਰਹਿ, ਤੇ ਦੂਜੇ ਪਾਸੇ ਰਤਨ ਚੰਦ ਨੂੰ, ਤੇ ਵਿਚਕਾਰ ਅਬਦੁਲ ਖਾਂ ਆਪ ਚੱਲ ਪਿਆ। ਗੁਰ ਸਮੁਖ ਚਲਿਓ ਹੋਇ ਕਹਿ ਅਭੀਰ। ਕਹਿੰਦੇ ਬੜਾ ਸੂਰਮਾ ਅਬਦੁਲ ਖਾਂ ਮੌਤ ਨੂੰ ਕਬੂਲ ਕੇ ਨਿਰਭੈ ਹੋ ਕੇ ਵੀ ਮਰਨਾ ਹੀ ਹੈ ਜਾਂ ਮਾਰਨਾ ਹੈ, ਫੈਸਲਾ ਕਰ ਲਿਆ ਵੀ ਮੈਂ ਹੁਣ ਮਰਨ ਚੱਲਿਆ। ਬੜਾ ਨਿਰਭੈ ਹੋ ਕੇ ਤੁਰ ਪਿਆ ਜੰਗ ਨੂੰ। ਵਿਧੀ ਆਦ ਸਿੱਖ ਜੇ ਲਰਤ ਔਰ। ਬਾਬਾ ਬਿਧੀ ਚੰਦ ਵਰਗੇ ਜਿਹੜੇ ਸੂਰਮੇ ਅੱਗੇ ਲੜ ਰਹੇ ਸਨ, ਤਜ ਸੁਭਟ ਤੁਰਕ ਤਿਨ ਸੰਗ ਠੌਰ। ਕਹਿੰਦੇ ਉਹਨਾਂ ਦੇ ਨਾਲ ਜਿਹੜੇ ਸੂਰਮੇ ਗੁਰੂ ਦੇ ਸਿੱਖ ਸਨ, ਤਹਿ ਤੇ ਸੋ ਟਕਿਓ ਗੁਰ ਮਾਹੇ ਜਾਹੇ ਥਾਨ। ਕਹਿੰਦੇ ਉਹਨਾਂ ਸਿੱਖਾਂ ਨੂੰ ਵੀ ਟਾਲ ਗਿਆ ਅਬਦੁਲ ਖਾਂ, ਤੇ ਬਾਬਾ ਬਿਧੀ ਚੰਦ ਨੂੰ ਵੀ ਟਾਲ ਕੇ ਤੇ ਦੂਜੇ ਪਾਸੇ ਦੀ ਹੋ ਕੇ ਉੱਥੇ ਪਹੁੰਚ ਗਿਆ ਜਿੱਥੇ ਛੇਵੇਂ ਪਾਤਸ਼ਾਹ ਜੀ ਮਹਾਰਾਜ ਘੋੜੇ ਤੇ ਸਵਾਰ ਹੋ ਕੇ ਜੰਗ ਦੀ ਅਗਵਾਈ ਕਰ ਰਹੇ ਨੇ। ਪਹੁੰਚਿਓ ਨਵਾਬ ਤਹਿ ਤੁਰਤ ਆਨ। ਬੜੀ ਫੁਰਤੀ ਨਾਲ ਬਿਜਲੀ ਤਰ੍ਹਾਂ ਘੋੜਾ ਦੜਾ ਕੇ ਨਵਾਬ ਅਬਦੁਲ ਖਾਂ ਉੱਥੇ ਅੱਪੜ ਗਿਆ। ਬਹੁਰ ਦੇ ਧਾਰ ਗੁਰ ਬਿਖਨ ਚਾਹੇ। ਮਨ ਵਿੱਚ ਚਾਹੁੰਦਾ ਵੀ ਮੈਂ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਾਂ, ਉਹਨਾਂ ਨੂੰ ਮਾਰਾਂ। ਮਰ ਰਹਾ ਕੇ ਮਾਰੋ ਜੰਗ ਮਾਹੇ। ਬਸ ਇੱਕ ਵਾਰੀ ਗੁਰੂ ਮੇਰੇ ਸਾਹਮਣੇ ਆ ਜੇ, ਜਾਂ ਗੁਰੂ ਨਹੀਂ ਜਾਂ ਮੈਂ ਨਹੀਂ। ਨਿਜ ਬਲ ਦਿਖਾਏ ਤੇ ਦੇਖ ਲਿਓ। ਆਪਣਾ ਬਲ ਦਿਖਾਵਾਂਗਾ ਤੇ ਗੁਰੂ ਦਾ ਬਲ ਦੇਖਾਂਗਾ। ਕਰ ਹੋਨ ਬੇਰ ਗੁਰ ਮਾਰ ਦਿਓ। ਮੈਂ ਨਵੇੜਾ ਕਰ ਦਿਆਂਗਾ, ਮੈਂ ਫੈਸਲਾ ਕਰ ਦਿਆਂਗਾ ਗੁਰੂ ਨੂੰ ਮਾਰ ਕੇ। ਦੋਹਰਾ ਇਸ ਬਿਦ ਠੱਠ ਕਰ ਆਏਗੋ। ਸ੍ਰੀ ਹਰਗੋਬਿੰਦਪੁਰ ਬਿਆਸਾ ਦਰਿਆ ਦੇ ਕਿਨਾਰੇ ਤੇ ਇਸ ਤਰ੍ਹਾਂ ਸਾਧ ਸੰਗਤ ਜੀ ਘੋੜਾ ਦੜਾ ਕੇ ਉੱਥੇ ਆ ਗਿਆ ਅਬਦੁਲ ਖਾਨ, ਜੈ ਥਿਤ ਗੁਰ ਭਗਵਾਨ। ਜਿੱਥੇ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਮਹਾਰਾਜ ਬਿਰਾਜਮਾਨ ਸਨ। ਦਿਖਨ ਪਰਸਪਰ ਹੋਤ ਭਾ। ਆਮਣੇ ਸਾਹਮਣੇ ਹੋ ਗਏ। ਮਹਾਰਾਜ ਨੇ ਅਬਦੁਲ ਖਾਨ ਵੇਖ ਲਿਆ, ਅਬਦੁਲ ਖਾਨ ਨੇ ਸਤਿਗੁਰੂ ਜੀ ਦੇ ਦਰਸ਼ਨ ਕਰ ਲਏ। ਲਰਬੇ ਚੌਂਪ ਮਹਾਨ। ਤੇ ਹੁਣ ਜੰਗ ਦਾ ਸਾਧ ਸੰਗਤ ਜੀ ਚਾਹ ਚੜ ਗਿਆ ਦੋਵਾਂ ਪਾਸਿਆਂ ਤੋਂ, ਇਧਰ ਮਹਾਰਾਜ ਨੂੰ ਵੀ ਉਧਰ ਅਬਦੁਲ ਖਾਨ ਨੂੰ ਵੀ। ਜੰਗ ਕਿਵੇਂ ਹੋਇਆ? ਅਬਦੁਲ ਖਾਨ, ਰਤਨ ਚੰਦ, ਕਰਮ ਚੰਦ ਤਿੰਨਾਂ ਨੇ ਗੁਰੂ ਸਾਹਿਬ ਤੇ ਹਮਲਾ ਕੀਤਾ। ਛੇਵੇਂ ਪਾਤਸ਼ਾਹ ਇੱਕੋ ਟਾਈਮ ਤਿੰਨਾਂ ਦਾ ਮੁਕਾਬਲਾ ਕੀਤਾ ਤੇ ਤਿੰਨਾਂ ਦਾ ਸਮਾਪਤੀ ਕੀਤੀ, ਉਹਨਾਂ ਨੂੰ ਫਤਿਹ ਕੀਤਾ। ਉਹ ਕਥਾ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ ਜੀ। ਹੇ ਗੋਬਿੰਦ, ਹੇ ਗੋਪਾਲ।